Please subscribe to our YouTube channel and press the bell icon for the latest updates. प्रोग्राम नाल जुड़े दर्शकों का बहुत बहुत स्वागत। सब तो पहला प्यार ते सत्कार नाल सत श्री अकाल। अज आप फिर पंजाब फार्मर प्रोग्राम के तहत गलबात का सिलसिला एक फार्मर नाल ही करांगे। सुभाविक ही है, पर ये फार्मर नाल PAU किसान क्लब के प्रेजिडेंट भी है। PAU किसान क्लब की जेकर गल करिए तो सारे किसान जिहड़े छड़प्पा मारना चाहते हैं, टैक्नीकली यूनिवर्सिटी नाल जुड़े हुए हैं तो अपनियां जमीनां दीयां बट्टां तो लैके कुछ ना कुछ नवीआं पुलांघां पुट्टण दे यतनां दे विच जिहड़े लगे हुए, निरंतर लगे हुए, वो लोग महीनेवार इकट्ठे हुंदे है। उन्हां दी रहनुमाई करदे 4-5 हज़ार बंदा जुड़िया होया। एक्टिव लोग हमेशा ही जिवें फेसबुक वाले भी फ्रेंड 5000 है, लाइक 500 आउंदा है, सेम ही हुंदा सारे थाई। पर इन्हां लोकां दी ये जिहड़ी संस्था है वो किवें दा काम करदी है ते नाल नाल जिहड़े साडे अज दे मेहमान है अमरिंदर सिंह जी, वो किस तरह की खेती करते हैं, मंडीकरण ते कुछ गुझियां समस्यावां जिहड़ियां फार्मरां दियां वो ये भली भांति जाणदे हैं, क्योंकि हर महीनेवार मिलते रहंदे हैं। वो भी साझियां करांगे। सब तो पहला करते हैं स्वागत। बहुत बहुत स्वागत। सत श्री अकाल। सत श्री अकाल जी। की हाल चाल है? बस ठीक ठाक जी, बहुत वधिया। थोड़ी खेती तो पहला मैं थोड़ा जानना चाहांगा, PAU किसान क्लब की है, किस तरह की संस्था है? PAU किसान क्लब की स्थापना जिद्दां यूनीवर्सिटी 1962 च हुई आ, उदों यूनीवर्सिटी वालों लगे फार्मर नाल किद्दां जुड़ के असीं अपनी जिहड़ी इत्थे रिसर्च करदे ਉਹਨੂੰ किद्दां फैलाउणा, फार्मरस दा किवें ले के जाना। ਤਾਂ ਉੱਥੇ ਨਾਲ ਇੱਕ ਪਿੰਡ ਆ ਬਾੜੇਵਾਲ, ਉਸ ਪਿੰਡ ਦੀ ਮੋਟਰ ਦੇ ਉੱਤੇ ਡਾਕਟਰ TS ਸੋਲ ਨੇ ਥੋੜੇ ਜਿਹੇ ਪਿੰਡ ਦੇ ਫਾਰਮਰ ਇਕੱਠੇ ਕੀਤੇ ਤੇ ਉੱਥੇ ਬਾੜੇਵਾਲ ਕਿਸਾਨ ਕਲੱਬ ਦੀ ਸਥਾਪਨਾ ਕੀਤੀ 1966 ਚ। ਅੱਛਾ। ਉਹੀ ਕਿਸਾਨ ਕਲੱਬ ਵੱਧਦਾ ਫਿਰ ਜਦੋਂ ਫਾਰਮਰ ਵਧਣ ਲੱਗੇ ਫਿਰ ਉਹ ਕਹਿੰਦੇ ਵੀ ਇੱਦਾਂ ਕਰੋ ਆਪਾਂ ਮੋਟਰ ਦੀ ਬਜਾਏ ਹੁਣ ਯੂਨੀਵਰਸਿਟੀ ਕਰੀਏ, ਕਿਉਂਕਿ ਉੱਥੇ ਬੰਦੇ ਜ਼ਿਆਦਾ ਹੋਣ ਲੱਗੇ ਤੇ ਫਿਰ ਉਹ ਯੂਨੀਵਰਸਿਟੀ ਮੀਟਿੰਗ ਹੋਣ ਲੱਗੀ, ਫਿਰ ਉਹਦਾ ਨਾਮ ਹੋ ਗਿਆ ਲੁਧਿਆਣਾ ਕਿਸਾਨ ਕਲੱਬ। ਅੱਛਾ। ਉਸ ਤੋਂ ਬਾਅਦ ਜਦੋਂ ਲੁਧਿਆਣੇ ਤੋਂ ਬਾਅਦ ਫਿਰ ਸਾਰੇ ਪੰਜਾਬ ਦੇ ਜੁੜਨ ਲੱਗੇ ਲੋਕ, ਸਾਰੇ ਪੰਜਾਬ ਤੋਂ ਫਿਰ ਮੇਲਿਆਂ ਦੇ ਵਿੱਚ ਪਤਾ ਲੱਗਣ ਲੱਗਾ ਵੀ ਕਿਸਾਨ ਕਲੱਬ ਨਾਂ ਦੀ ਸੰਸਥਾ ਹੈਗੀ ਆ ਕੋਈ, ਉੱਥੇ ਲੋਕ ਜੁੜਨ ਲੱਗੇ ਤਾਂ ਉਹਦਾ ਨਾਮ ਫਿਰ ਪੰਜਾਬ ਕਿਸਾਨ ਕਲੱਬ ਹੈ। ਜਾਣੀ ਤਾਂ ਉਹਨੂੰ PAU ਉਦੋਂ ਬਾਅਦ ਫਿਰ 2006 ਦੇ ਵਿੱਚ ਰਜਿਸਟ੍ਰੇਸ਼ਨ ਕਰਾਉਣੀ ਸੀ ਕਲੱਬ ਦੀ, ਕਿਉਂਕਿ ਥੋੜ੍ਹੀ ਜਿਹੀ ਕੈਪਟਨ ਸਾਹਿਬ ਉਦੋਂ ਵੀ ਮੁੱਖ ਮੰਤਰੀ ਸੀਗੇ, ਉਹਨਾਂ ਨੂੰ ਥੋੜ੍ਹੀ ਜਿਹੀ ਗ੍ਰਾਂਟ ਦਿੱਤੀ ਸੀ। ਉਦੋਂ ਫਿਰ ਇਹ ਸੀਗਾ ਜੇ ਪੰਜਾਬ ਦਾ ਨਾਮ ਅਸੀਂ ਰਜਿਸਟ੍ਰੇਸ਼ਨ 'ਚ ਯੂਜ਼ ਨਹੀਂ ਕਰ ਸਕਦੇ, ਪੰਜਾਬ ਕਿਸਾਨ ਕਲੱਬ ਨੂੰ ਯੂਜ਼ ਨਹੀਂ ਕਰ ਸਕਦੇ, ਉਦੋਂ ਫਿਰ ਉਹਦਾ ਨਾਮ PAU ਕਿਸਾਨ ਕਲੱਬ ਐਜ਼ ਏ ਰਜਿਸਟਰਡ ਕਿਸਾਨ ਕਲੱਬ। ਤੁਹਾਡੇ ਕੋਲ ਹੁਣ ਕਿੰਨੇ ਮੈਂਬਰ ਨੇ? ਮੈਂਬਰ ਸਾਡੇ ਕੋਲ ਜ਼ਰੂਰ 5-6 ਹਜ਼ਾਰ ਦੇ ਕਰੀਬ ਹੈਗੇ ਨੇ। ਐਕਟਿਵ 500-400 ਹੀ ਹੈ। ਐਕਟਿਵ 500-600 ਹੈਗਾ, ਜਿਹੜਾ ਸਾਡੀ ਮਹੀਨੇ ਦੀ ਹਰੇਕ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਸਾਡੀ ਮੀਟਿੰਗ ਫਿਕਸ ਹੀ ਆ। ਉਹਦੇ 'ਤੇ ਜਿਹੜੇ ਆਉਂਦੇ ਨੇ ਉਹ 300-400-500 ਮੈਂਬਰ ਦੇ ਕਰੀਬ ਹੋ ਜਾਂਦਾ। ਟਰਨ ਕਿੰਨੀ ਹੁੰਦੀ ਹੈ ਤੁਹਾਡੀ? 1-2 ਸਾਲ ਦੀ? ਪ੍ਰਧਾਨ 2 ਸਾਲ ਹੀ ਬਣਦਾ ਹੈ ਜੀ, 2 ਸਾਲ ਦੀ ਟਰਮ ਨੂੰ ਦੁਬਾਰਾ ਦਿੱਤੀ ਜਾ ਸਕਦੀ, ਮਤਲਬ 4 ਸਾਲ ਤੱਕ ਪ੍ਰੈਜ਼ੀਡੈਂਟ ਰਹਿ ਸਕਦਾ ਇੱਕ। ਤੁਹਾਡੀ ਹੁਣ ਖੇਤੀ ਵੱਲ ਚੱਲਦੇ ਹਾਂ, ਖੇਤੀ ਕਿਸ ਤਰ੍ਹਾਂ ਦੀ ਕਰ ਰਹੇ ਹੋ? ਕਿਉਂਕਿ ਕਿਸਾਨ ਕਲੱਬ ਦਾ ਪ੍ਰਧਾਨ ਇੱਕ ਕਿਸਾਨ ਹੋਣਾ ਬਹੁਤ ਜ਼ਰੂਰੀ ਹੈ, ਕਿਸਾਨਾਂ ਦੀ ਸੰਸਥਾ ਬਈ ਦੀ ਚੀਜ਼ਾਂ ਹੋਰ ਜੁੜ ਜਾਂਦੀਆਂ, ਪਰ ਕਿਸਾਨ ਹੋਣਾ, ਹੁਣ ਤੁਹਾਡੀ ਕਿਸਾਨੀ ਕਿਹੋ ਜਿਹੀ ਹੈ? ਮੇਰੀ ਕਿਸਾਨੀ ਦੇ ਵਿੱਚ ਇਹ ਹੈ ਕਿ ਮੈਂ ਤਜਰਬੇ ਨੂੰ ਕਈ ਵਾਰ ਮੈਂ ਕੁਛ ਮਾਡਲ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਵੀ ਇੱਕ ਮਾਡਲ ਲੋਕ ਦੇਖ ਸਕਣ ਤੇ ਬਣਾ ਉਹਨੂੰ ਆਪਾਂ ਅਡੋਪਟ ਕਰ, ਉਹਦੇ 'ਚ ਜਿਹੜੇ ਕਮੀਆਂ ਪੇਸ਼ੀਆਂ ਨੇ ਉਹ ਗੱਲ ਕਰ ਸਕੀ, ਕਿਸੇ ਨੂੰ ਦੱਸ ਸਕੀਏ ਆਪਾਂ। ਉਹਦੇ ਵਿੱਚ ਮੈਂ ਸੀਗਾ, ਮੈਂ ਤਕਰੀਬਨ 7-8 ਸਾਲ ਤੋਂ 8-10 ਸਾਲ ਦੇ ਤਕਰੀਬਨ ਹੀ 1 ਏਕੜ ਦੇ ਵਿੱਚ ਅਲੱਗ-ਅਲੱਗ ਸਬਜ਼ੀਆਂ ਲਗਾਉਣ ਦੀ ਕੋਸ਼ਿਸ਼ ਕਰਦਾ। ਮਤਲਬ 1 ਏਕੜ ਲੈ ਲਿਆ, ਉਹਦੇ ਵਿੱਚ ਸਬਜ਼ੀਆਂ ਦੀ ਵੈਰਾਈਟੀਆਂ 4-5 ਰੱਖ ਲਈਆਂ, ਇੱਕ ਤੋਂ ਜ਼ਿਆਦਾ। ਉਹਦੇ 'ਚ ਇਹ ਹੁੰਦਾ ਵੀ ਸਬਜ਼ੀ ਮੰਡੀ ਘੱਟ ਜਾਣ ਦੀ ਲੋੜ ਪੈਂਦੀ ਹੈ, ਤੁਹਾਡੀ ਰਿਟੇਲ 'ਚ ਸੇਲ ਜ਼ਿਆਦਾ ਹੋ ਜਾਂਦੀ ਹੈ। ਜਦੋਂ ਆਪਾਂ ਕਸਟਮਰ ਦੀ ਗੱਲ ਕਰਦੇ ਹਾਂ, ਕਸਟਮਰ ਸਭ ਤੋਂ ਪਹਿਲਾਂ ਤਾਂ ਅਸੀਂ ਆਪ ਕੰਜ਼ਿਊਮ ਕਰਨੇ ਆ, ਸਬਜ਼ੀ ਖਾਣੀ ਆ ਆਪ, ਤਾਂ ਕਿਤੋਂ ਲੈ ਕੇ ਖਾਈਏ ਚਾਹੇ ਆਪਣੇ ਫਾਰਮ ਦੀ ਖਾਈਏ, ਕਸਟਮਰ ਤਾਂ ਆਪਾਂ ਵੀ ਆ। ਉਸ ਤੋਂ ਬਾਅਦ ਆਪਣੀ ਫੈਮਿਲੀ ਨੇ ਖਾਣੇ, ਆਪਣੀ ਫੈਮਿਲੀ ਕਸਟਮਰ ਆ। ਉਸ ਤੋਂ ਬਾਅਦ ਆਪਣੀ ਗਲੀ ਆ, ਗੁਆਂਢੀ ਆਪਣਾ, ਉਹ ਵੀ ਕਸਟਮਰ ਆ, ਸਾਰੀ ਗਲੀ ਕਸਟਮਰ, ਫਿਰ ਪਿੰਡ ਕਸਟਮਰ ਆ। ਜੇ ਉੱਥੋਂ ਚੀਜ਼ ਬਚਦੀ ਆ ਫਿਰ ਮੰਡੀ ਜਾਣਾ, ਫਿਰ ਸਾਰਾ ਸ਼ਹਿਰ ਕਸਟਮਰ ਆ। ਫਿਰ ਮੰਡੀ 'ਚ ਜਾ ਕੇ 100 ਤਰ੍ਹਾਂ ਦੀਆਂ ਝੇਲਾਂ ਝਰਨੇ, ਉਦੋਂ ਪਹਿਲਾਂ ਨੇੜੇ ਦਾ ਜਿੰਨਾ ਕੁ ਹੁੰਦਾ ਹੈ ਤਾਂ ਨੇੜੇ ਕਵਰ ਹੋ ਜਾਵੇ, ਰਿਟੇਲ ਦੇ ਵਿੱਚ ਸੇਲ ਕਰ ਸਕੀਏ। ਜਿਹੜੇ ਮੈਨੂੰ ਇਹ ਲੱਗਦਾ ਸੀ ਵੀ ਜੇ ਥੋੜ੍ਹੇ ਜਿਹੇ ਪਿੰਡ ਦੇ 2-4 ਫਾਰਮਰ ਜਿਹੜੇ 1-2 ਏਕੜ ਵਾਲੇ ਹੈਗੇ ਨੇ, ਇਸ ਮਾਡਲ ਨੂੰ ਅਡੋਪਟ ਕਰਦੇ ਨੇ, ਤਾਂ ਉਹਨਾਂ ਨੂੰ ਬਾਹਲੀ ਖੇਤੀ 'ਚ ਤੇ ਬਾਹਲੀ ਮਿਹਨਤ ਦੀ ਲੋੜ ਨਹੀਂ, ਉਹਨਾਂ ਦੇ ਘਰੋਂ ਹੀ ਲੋਕ ਵੀ ਸਬਜ਼ੀ। ਹੋਰ ਕੁਛ ਕੀ ਕਰਦੇ ਹੋ ਤੁਸੀਂ? ਹੋਰ ਵੀ ਅਸੀਂ ਪਿਛਲੇ ਜਿਵੇਂ ਕਲੱਬ ਦੇ ਵਿੱਚ ਅਸੀਂ ਹਰ ਸਾਲ ਕਰਾਉਂਦੇ ਰਹਿੰਦੇ ਲੈਕਚਰ, ਸਾਲ 'ਚ ਇੱਕ ਵਾਰੀ ਪ੍ਰੋਸੈਸਿੰਗ ਦੇ ਉੱਤੇ ਲੈਕਚਰ ਕਰਦੇ ਸੀ। ਉੱਥੇ ਗੱਲ ਇਹ ਹੁੰਦੀ ਸੀ ਵੀ
ਹਰੇਕ ਬਲਾਕ ਦੇ ਵਿੱਚ ਜਾਂ ਇੱਦਾਂ ਦੇ ਇੱਕ ਪ੍ਰੋਸੈਸਿੰਗ ਯੂਨਿਟ ਹੋਣਾ ਚਾਹੀਦਾ ਜਿੱਥੇ ਕੋਈ ਵੀ ਫਾਰਮਰ ਆਪਣੀਆਂ ਚੀਜ਼ਾਂ ਨੂੰ ਪ੍ਰੋਸੈਸ ਕਰ ਸਕੇ ਤੇ ਕਰਵਾ ਸਕੇ। ਉਹਦੇ ਤਹਿਤ ਅਸੀਂ ਤਕਰੀਬਨ 2016 ਦੇ ਵਿੱਚ ਨਵੰਬਰ ਦਸੰਬਰ ਦੇ ਵਿੱਚ ਅਸੀਂ ਇੱਕ ਆਪਣਾ ਪ੍ਰੋਸੈਸਿੰਗ ਯੂਨਿਟ ਲਾਇਆ ਉਪਜ ਫਾਰਮ ਪ੍ਰੋਡਕਟ ਦੇ ਨਾਮ ਦੇ ਉੱਤੇ, ਜਿਹਦੇ ਵਿੱਚ ਅਸੀਂ ਮੇਨ ਸਾਡੇ ਕੋਲ ਚੱਕੀਆਂ ਲੱਗੀਆਂ ਹੋਈਆਂ ਨੇ, ਆਟੇ ਦੀ ਪ੍ਰੋਸੈਸਿੰਗ ਕਰਦੇ ਹਾਂ, ਹਰ ਤਰ੍ਹਾਂ ਦਾ ਆਟਾ, ਜਿਹਦੇ ਵਿੱਚ ਮੱਕੀ ਦਾ ਹੋਵੇ, ਚਾਹੇ ਬਾਜਰੇ ਦਾ ਹੋਵੇ, ਕਣਕ ਦਾ ਹੋਵੇ। ਉਸ ਤੋਂ ਇਲਾਵਾ ਸਾਡੇ ਕੋਲ ਕੋਲੂ ਲੱਗਿਆ ਹੋਇਆ ਜਿਹਦੇ ਵਿੱਚ ਸਰੋਂ ਦਾ ਤੇਲ ਕੱਢਦੇ ਹਾਂ। ਅਤੇ ਕਈ ਵਾਰ ਸਾਡੇ ਕੋਲ ਜਿਹੜੇ ਸ਼ੌਕੀਨ ਫਾਰਮਰ ਨੇ ਜਾਂ ਕਸਟਮਰ ਇੱਦਾਂ ਦੇ ਹੈਗੇ ਆ, ਨਾਰੀਅਲ ਦਾ ਲਿਆ ਕੇ ਵੀ ਤੇਲ ਕਢਵਾ ਲੈਂਦੇ ਆ ਅਤੇ ਤਿਲਾਂ ਦਾ ਤੇਲ ਵੀ ਕਢਵਾ ਲੈਂਦਾ। ਉਹਦੇ 'ਚ ਹਰ ਤਰ੍ਹਾਂ ਤੇਲ ਚਲੋ ਐਕਸਪੈਲਰ 'ਚ ਨਿਕਲ ਜਾਣਾ ਹੈ। ਤੁਸੀਂ ਖੁਦ ਕਿੰਨੇ ਕੁ ਕਾਮਯਾਬ ਹੋਏ ਹੋ ਆਪਦੇ ਆਪ ਨੂੰ ਕਣਕ ਝੋਨੇ 'ਚੋਂ ਕੱਢਣ 'ਚ? ਦੇਖੋ ਕਾਮਯਾਬ ਬਹੁਤ ਜ਼ਿਆਦਾ ਨਹੀਂ ਹੋਏ ਹੈਗੇ ਉਹਦੇ 'ਚ, ਕਿਉਂਕਿ ਜਦੋਂ ਆਪਾਂ ਡਿਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ ਉਹਦੇ 'ਚ ਦਿੱਕਤਾਂ ਥੋੜ੍ਹੀਆਂ ਜਿਹੀਆਂ ਆਉਂਦੀਆਂ ਨੇ। ਕਰ ਬਹੁਤ ਕੁਛ ਸਕਦੇ ਹਾਂ ਆਪਾਂ, ਉਹ ਬਹੁਤ ਕੁਛ ਸਕਦਾ ਆ, ਪਰ ਇਹਨੇ ਪ੍ਰੋਬਲਮ ਨੇ ਉਹਦੇ ਵਿੱਚ ਇਹ ਆ, ਸਭ ਤੋਂ ਪਹਿਲਾਂ ਜਦੋਂ ਆਪਾਂ ਡਿਵਰਸੀਫਿਕੇਸ਼ਨ ਵੱਲ ਵਧਣਾ ਆ, ਆਪਾਂ ਡਿਫਰੈਂਟ ਜਿਹੜਾ ਹੁਣ ਕਣਕ ਤੇ ਝੋਨਾ ਆ ਉਹ ਕਿਉਂ ਇੰਨਾ ਜ਼ਿਆਦਾ ਫੈਲ ਗਿਆ, ਉਹਦਾ ਰੀਜ਼ਨ ਇਹ ਹੈ ਕਿ ਉਹਦਾ ਮੈਕਨਾਈਜ਼ਡ ਸਿਸਟਮ ਹੋ ਗਿਆ, ਮੈਕਨਾਈਜ਼ਡ ਹੋ ਗਿਆ ਸਾਰਾ ਕੁਛ। ਉਹਦਾ ਮੈਕਨਾਈਜ਼ਡ ਹੋਣ ਕਰਕੇ ਉਹਦੇ ਲਈ ਸਾਡੇ ਕੋਲ ਕੰਬਾਈਨ ਵੀ ਉਪਲਬਧ ਆ, ਚਾਹੇ ਤੁਸੀਂ 2 ਕਨਾਲਾਂ ਬੀਜੀਆਂ ਜਾਂ 4 ਕਨਾਲਾਂ ਬੀਜੀਆਂ ਨੇ, ਉਹਦੇ ਲਈ ਤੁਹਾਡੇ ਕੋਲ ਬੀਜਣ ਲਈ ਮਸ਼ੀਨਰੀ ਵੀ ਉਪਲਬਧ ਆ। ਉਹ ਸਬਸਿਡੀਆਂ 'ਤੇ ਵੀ ਸਰਕਾਰ ਦੇਈ ਜਾਂਦੀ ਹੈ, ਹਾਲਾਂਕਿ ਉਹ ਡਿਵਰਸੀਫਿਕੇਸ਼ਨ ਲਈ ਜ਼ੋਰ ਜ਼ਿਆਦਾ ਦਿੰਦੇ ਆ, ਪਰ ਜਿਹੜੀ ਮਸ਼ੀਨਰੀ ਦੀ ਸਬਸਿਡੀ ਦੇਣੀ ਉਹ ਕਣਕ ਝੋਨੇ ਵਾਲੀ 'ਤੇ ਦੇਣੀ ਅਸੀਂ, ਠੀਕ ਹੈ ਨਾ। ਅਤੇ ਜਦੋਂ ਕਿਸੇ ਵੀ ਚੀਜ਼ ਦਾ ਆਪਾਂ ਸੌਖਾ ਆ ਤਾਂ ਆਪਾਂ ਸੌਖੇ ਵੱਲ ਨੂੰ ਜਾਣਾ ਆ। ਦੂਜੀ ਪੰਜਾਬ ਦੇ ਵਿੱਚ ਸਮੱਸਿਆ ਇਹ ਆ ਗਈ ਹੈ ਹੁਣ ਕਿ ਲੇਬਰ ਦੀ ਪ੍ਰੋਬਲਮ ਆ। ਜਦੋਂ ਇੱਕ ਸੀਜ਼ਨ ਦੇ ਵਿੱਚ ਤਾਂ ਲੇਬਰ ਆ ਗਈ, ਬਿਹਾਰ ਤੋਂ ਲਾ ਕੇ ਚਲੇ ਗਈ, ਮਸ਼ੀਨ ਨੇ ਵੱਢਤੀ ਆ, ਉਹ ਸਿਸਟਮ ਹੋ ਗਿਆ। ਜਦੋਂ ਆਪਾਂ ਥੋੜ੍ਹਾ ਜਿਹਾ ਡਿਫਰੈਂਟ ਕੰਮ ਕਰਨਾ, ਆਪਾਂ ਮੱਕੀ ਲਾਉਣ ਲੱਗਣਾ, ਆਪਾਂ ਦਾਲਾਂ ਵੱਲ ਨੂੰ ਵਧਣਾ, ਆਪਾਂ ਹੋਰ ਚੀਜ਼ਾਂ ਕੁਛ ਕਰਨੇ, ਸਬਜ਼ੀ ਕਰਨੇ, ਤਾਂ ਫਿਰ ਆਪਾਂ ਨੂੰ ਲੇਬਰ ਦੀ ਲੋੜ ਜ਼ਿਆਦਾ ਪੈਂਦੀ ਹੈ। ਸਬਜ਼ੀ ਦਾ ਤਾਂ ਇਹ ਆਪਾਂ ਸਬਜ਼ੀ ਤੋੜ ਲਈ, ਦੇਤੀ ਸਿੱਧੀ, ਉਹਦੇ 'ਚ ਕੋਈ ਆਪਾਂ ਨੂੰ ਮਸ਼ੀਨਰੀ ਦੀ ਬਹੁਤੀ ਲੋੜ ਨਹੀਂ ਹੈਗੀ। ਹੁਣ ਜਦੋਂ ਆਪਾਂ ਦਾਲਾਂ ਦੀ ਗੱਲ ਕਰਨੀ ਆ, ਆਪਾਂ ਦਾਲਾਂ ਬਿਜਾਈ ਕਰ ਲਈ, ਦਾਲਾਂ ਨੂੰ ਆਪਾਂ ਵੱਢਣ ਲਈ ਲੇਬਰ ਚਾਹੀਦੀ ਆ। ਚਲੋ ਜੇ ਆਪਾਂ ਥੋੜ੍ਹੀਆਂ ਆਪਾਂ ਸੋਚਦੇ ਹਾਂ, ਆਪਾਂ ਕਹਿੰਦੇ ਘਰ ਲਈ ਯੂਜ਼ ਕਰ ਲਈਆਂ, ਘਰ ਲਈ ਆਪਾਂ ਥੋੜ੍ਹੀ ਜਿਹੀ ਬੀਜ ਲਈ, ਉਹਦੇ ਲਈ ਫਿਰ ਉਹੀ ਆ ਵੀ ਪਹਿਲਾਂ ਟਰੈਕਟਰ, ਫਿਰ ਉਹਨੂੰ ਗਹਾਈ ਕਰੋ, ਉਹਦੇ ਲਈ ਥ੍ਰੈਸ਼ਰ ਉਪਲਬਧ ਨਹੀਂ ਹੈਗਾ। ਚਲੋ ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਹਾਂ, ਪਰ ਜਿੰਨਾ ਵੀ ਤੁਸੀਂ ਬੀਜਦੇ ਹੋ, ਹੁਣ ਬੀਜਦੇ ਹੋ, ਤੁਹਾਡੇ ਸਬਜ਼ੀ ਵੀ ਲਾਈ ਹੋਈ, ਮੈਂ ਦੇਖ ਕੇ ਆਇਆ, ਤੁਹਾਡੇ ਤਰ੍ਹਾਂ ਦੀਆਂ ਚੀਜ਼ਾਂ ਲਾਈਆਂ ਹੋਈਆਂ, ਉਹਨਾਂ ਕੁ ਮਾਡਲ ਕਾਮਯਾਬ ਹੈ? ਬਿਲਕੁਲ ਜੀ, ਉਹ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਕਾਮਯਾਬ ਹੈ। ਤੇ ਕਣਕ ਝੋਨੇ ਤੋਂ ਉੱਤੋਂ ਦੀ ਉੱਠਦਾ ਇਹ ਕਣਕ ਜਿਹੜਾ ਹੁਣ ਜੇ ਇਹਦੇ ਵਿੱਚ ਇਹ ਹੁੰਦਾ ਵੀ ਆਪਾਂ ਜਦੋਂ ਥੋੜ੍ਹੇ 'ਚ ਬੀਜਦੇ ਹਾਂ ਤਾਂ ਆਪਣੀ ਜਿੰਨੀ ਰਿਟੇਲ 'ਚ ਸੇਲ ਹੋ ਜੂਗੀ, ਉਹਨੇ ਕਣਕ ਝੋਨੇ ਤੋਂ ਉੱਤੇ ਜਾਣਾ ਹੀ ਜਾਣਾ। ਤਾਂ ਨੈਚੁਰਲੀ ਇਹ ਸਾਰੇ ਸਮਝਦੇ। ਜੇ ਹੁਣ ਮੰਡੀ ਦੇ ਵਿੱਚ ਚੀਜ਼ 10 ਰੁਪਏ ਦੀ ਵਿਕਦੀ ਹੈ, ਰਿਟੇਲ 'ਚ ਤਾਂ 20 ਰੁਪਏ ਦੀ ਵਿਕਣੀ ਹੈ, ਠੀਕ ਹੈ। ਰਿਟੇਲ ਮੰਡੀ ਕਰਨ ਵੀ ਸੌਖਾ ਹੈ ਉਹਦਾ। ਤੇ ਇਸ ਗੱਲ ਦਾ ਫਿਰ ਇਸ ਦਾ ਮਤਲਬ ਇਹ ਬੈਸਟ ਮਾਡਲ ਹੈ, ਇਹ ਬੈਸਟ ਮਾਡਲ ਆ। ਬਸ ਥੋੜ੍ਹੀ ਜਿਹੀ ਦਿੱਕਤ ਆਪਣੇ ਪੰਜਾਬ ਦੇ ਵਿੱਚ ਇਹ ਆ ਜਾਂਦੀ ਹੈ, ਹੁਣ ਕਿਸਾਨ ਹੱਟਾਂ ਨੇ, ਤੁਸੀਂ ਸਾਰੇ ਪੰਜਾਬ 'ਚ ਦੇਖੋ, ਕਿਸਾਨ ਹੱਟਾਂ ਦੇ ਫੇਲੀਅਰ ਦਾ ਰੀਜ਼ਨ ਇਹ ਆ ਵੀ ਹਰੇਕ ਚੀਜ਼ ਦੇ ਵਿੱਚ ਪੰਜਾਬ ਦੀ ਹਰੇਕ ਫਸਲ ਦੀ ਵਿੰਡੋ ਬਹੁਤ ਛੋਟੀ ਹੈ ਜੀ। ਹਰੇਕ ਆਪਣੇ ਤਾਂ ਹਰ ਮਹੀਨੇ ਮੌਸਮ ਚੇਂਜ ਹੁੰਦਾ, ਅੱਜ ਆਹ ਫਸਲ ਹੋ ਰਹੀ ਆ, ਅਗਲੇ ਮਹੀਨੇ ਦੂਜੀ ਸਬਜ਼ੀ, ਉਦੋਂ ਅਗਲੇ ਮਹੀਨੇ ਦੂਜੀ, ਉਦੋਂ ਅਗਲੇ ਮਹੀਨੇ ਤੀਜੀ। ਜਿਹੜੇ ਕਿਸਾਨ ਹੱਟਾਂ ਦੇ ਵਿੱਚ ਰੈਗੂਲੇਟਰੀ ਨਹੀਂ ਬਣਦੀ ਆਪਣੀ ਜੀ, ਵੀ ਪਹੁੰਚਾਇਆ ਨਹੀਂ ਜਾਂਦਾ, ਕਸਟਮਰ ਹੈਗਾ ਰੈਗੂਲਰ ਪਹੁੰਚਾਉਣ ਦੇ ਲਈ ਬਹੁਤ ਦਿਮਾਗ। ਇਹਨੂੰ ਦੇਖੋ, ਗੈਪ ਨੂੰ ਕਵਰ ਅਪ ਕਰਨ ਲਈ ਸਟੋਰੇਜ ਚਾਹੀਦੀ ਹੈ, ਕੋਲਡ ਸਟੋਰੇਜ ਚਾਹੀਦੀ ਹੈ, ਕੀ ਚਾਹੀਦਾ? ਦੇਖੋ ਕੋਲਡ ਸਟੋਰੇਜ ਵੀ ਚਾਹੀਦੀ ਉਹਦੇ ਲਈ, ਤਾਂ ਕਿ ਜੇ ਆਪਾਂ ਹੁਣ ਫਰਜ਼ ਕਰੋ, ਅੱਜ ਬਰਸਾਤ ਦਾ ਮੌਸਮ ਆ, ਹੁਣ ਕੱਦੂ ਬਾਜ਼ਾਰ 'ਚ ਨਹੀਂ ਆ ਰਿਹਾ, ਬਹੁਤ ਥੋੜ੍ਹਾ ਆ ਰਿਹਾ। ਜੇ ਆਊਗਾ ਤਾਂ ਪੰਜਾਬ ਤੋਂ ਬਾਹਰੋਂ ਆਊਗਾ, ਜਿਹੜਾ ਆਊਗਾ ਆਪਣੇ ਘੀਆ ਕੱਦੂ ਨਾਰਮਲ ਜੀ ਫਸਲ ਆ, ਬਰਸਾਤ 'ਚ ਹੁਣ ਲੱਗ ਨਹੀਂ ਰਿਹਾ ਕਿਸੇ ਦੇ ਵੀ। ਮੰਡੀ ਜਾਂਦੇ ਅਸੀਂ, ਮੰਡੀ ਵੀ ਨਹੀਂ ਆ ਰਿਹਾ, ਸਾਡੇ ਆਪਦੇ ਖੇਤ 'ਚ ਨਹੀਂ ਲੱਗ ਰਿਹਾ, ਬਹੁਤ ਥੋੜ੍ਹਾ ਲੱਗ ਰਿਹਾ, ਜਿਹਦੀ ਕੁਆਂਟੀਟੀ ਬਹੁਤ ਘੱਟ ਆ, ਉਹਨਾਂ ਦਾ ਰੇਟ 20 ਰੁਪਏ ਆ ਜੀ। ਤੇ ਜੇ ਇਹੀ ਜਦੋਂ 1 ਰੁਪਏ ਕਿਲੋ ਰੇਟ ਸੀਗਾ, ਜਦੋਂ ਕੋਲਡ ਸਟੋਰ ਹੋ ਕੇ 20 ਦਿਨ ਲਈ ਸਟੋਰ ਕੀਤਾ ਜਾ ਸਕਦਾ, ਉਹਦੇ ਤਾਂ ਉਹੀ 5-10 ਰੁਪਏ ਦਾ, ਨਾਲੇ ਰੈਗੂਲਰ ਕਸਟਮਰ ਲਈ ਹੋ ਜਾਂਦਾ, ਨਾਲੇ ਫਾਰਮਰ ਬਚਦਾ। ਜਾਣੀ ਕਿ ਇਹ ਸਭ ਤੋਂ ਵਧੀਆ ਬਿਹਤਰੀਨ ਇਲਾਜ ਹੈ। ਹਾਂਜੀ। ਇੱਕ ਤੁਸੀਂ ਗੱਲ ਕਹੀ ਵੀ ਪੰਜਾਬ ਦੀ ਕਿਸਾਨ ਹੱਟ, ਪੰਜਾਬ ਤੋਂ ਬਾਹਰ ਦੀ ਕਿਸਾਨ ਹੱਟ ਦਾ ਤੁਹਾਨੂੰ ਕੀ ਐਕਸਪੀਰੀਅੰਸ ਹੈ? ਪੰਜਾਬ ਦੀ ਕਿਸਾਨ ਬਾਹਰ ਦਾ ਤਾਂ ਆਪਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਬਹੁਤਾ ਦੇਖਿਆ ਨਹੀਂਗਾ, ਪਰ ਇਹ ਆ ਵੀ ਫਿਰ ਵੀ ਕੁਛ ਏਰੀਆ ਦੇ ਵਿੱਚ ਇਹ ਹੈਗਾ, ਜਿਹੜੇ ਕਲਾਈਮੇਟਿਕ ਕੰਡੀਸ਼ਨ ਜਿੱਦਾਂ ਹੁਣ ਸਾਊਥ ਸੂਥ ਦੇ, ਉੱਥੇ ਸਾਰਾ ਸਾਲ ਇੱਕੋ ਜਿਹਾ ਰਹਿੰਦਾ, ਉਹਨੂੰ ਤਾਂ ਅੱਜ ਵੀ ਸਬਜ਼ੀ ਲਾਈ, ਉਹ ਥੋੜ੍ਹੇ ਟਾਈਮ 'ਤੇ ਸਬਜ਼ੀ ਲਾਈ ਜਾਣ, ਉਹਨਾਂ ਦੀ ਰੈਗੂਲਰ ਕੰਟੀਨਿਊਟੀ ਚੱਲੀ ਜਾਣੀ ਹੈ। ਪੰਜਾਬ ਦੇ ਵਿੱਚ ਇੱਦਾਂ ਨਹੀਂ ਆ। ਹੁਣ ਤਰ ਦਾ ਮੌਸਮ ਖਤਮ ਹੋ ਗਿਆ, ਖਰਬੂਜੇ ਦਾ ਖਤਮ ਹੋ ਗਿਆ, ਉਹ 1 ਮਹੀਨਾ ਜਿਹੜਾ ਖੁਸ਼ਕ ਆ ਉਹੀ ਹੈ ਬਸ। ਅੱਛਾ, ਜਿਹੜੇ ਤੁਹਾਡੇ ਕੋਲੇ ਚੱਕੀ ਵਗੈਰਾ ਲਾਈ ਵੀ ਆਟਾ ਹੈ, ਆਟੇ ਦੀ ਜਿਹੜੀ ਸਪਲਾਈ ਦਿੰਦੇ ਹੋ ਤੁਸੀਂ, ਹਾਂਜੀ, ਇਹ ਇੱਕ ਜਿਹੜੀ ਕਹਿ ਸਕਦੇ ਹਾਂ ਕਿ ਕੁਆਲਿਟੀ ਜਾਂ ਤੁਸੀਂ ਸਮਝੋ ਪ੍ਰੋਸੈਸ ਕਰਕੇ ਵੇਚਦੇ ਹੋ, ਤਾਂ ਇਹਦਾ ਜਿਹੜਾ ਗਾਹਕ ਹੈ ਇਹ ਕੰਟੀਨਿਊ ਹੈ ਤੁਹਾਡੇ ਨਾਲ? ਇਹ ਕੰਟੀਨਿਊ ਹੈ ਜੀ। ਅਸੀਂ ਹੁਣ ਤਕਰੀਬਨ ਪਿਛਲੇ ਸਾਲ ਤੋਂ ਤਾਂ ਸਿਰਫ ਰਿਟੇਲ ਹੀ ਕਰ ਰਹੇ ਹਾਂ। ਉਸ ਤੋਂ ਪਹਿਲਾਂ ਤਾਂ ਅਸੀਂ 25-30 ਕੁਆਂਟਲ ਆਟਾ ਪਰ ਡੇ
ਅਸੀਂ ਦੁਕਾਨਾਂ 'ਤੇ ਸਪਲਾਈ ਕਰਦੇ ਸੀਗੇ। ਤੇ ਚਲੋ ਲੋਕਡਾਊਨ ਨੇ ਮਾਰ ਮਾਰੀ, ਲੋਕਡਾਊਨ ਨੇ ਚਲੋ ਇਹ ਇੱਕ ਪਰਮਾਨੈਂਟ ਮਾਰ ਨਹੀਂ, ਬਿਲਕੁਲ। ਪਰ ਜਿਹੜਾ ਇਹ ਪ੍ਰੋਸੈਸਿੰਗ ਪਲਾਂਟ ਹੈ ਜਾਂ ਇਹ ਇੱਕ ਤਰੀਕਾ ਹੈ ਕਿਸਾਨ ਨੂੰ ਆਪਦੇ ਆਪ ਨੂੰ ਮੰਡੀਕਰਨ ਕਰਨ ਦਾ, ਇਹ ਤਰੀਕਾ ਫਾਰਮੂਲਾ ਠੀਕ ਹੈ? ਇਹ ਫਾਰਮੂਲਾ ਠੀਕ ਆ। ਉਹਦੇ ਵਿੱਚ ਇਹ ਹੁੰਦਾ ਜਦੋਂ ਤੁਸੀਂ ਕਿਸੇ ਨੇ ਵੀ, ਹੁਣ ਸਾਡਾ ਜਿਹੜਾ ਆ ਏਰੀਆ ਜਿੱਥੇ ਮੈਂ ਬੈਠਾ ਆ, ਮੇਰੇ ਲਈ ਇੱਥੇ ਐਡਵਾਂਟੇਜ ਇਹ ਆ ਵੀ ਇੱਥੇ ਸਾਰੀ ਇੰਡਸਟਰੀ ਆ। ਇੰਡਸਟਰੀ ਕਰਕੇ ਤੇ ਲੇਬਰ ਜ਼ਿਆਦਾ ਹੈ, ਲੇਬਰ ਜ਼ਿਆਦਾ ਹੋਣ ਕਰਕੇ ਤੇ ਖਪਤ ਜ਼ਿਆਦਾ ਹੈ। ਪਰ ਜੇ ਤੁਸੀਂ ਕਿਸੇ ਹੋਰ ਏਰੀਏ ਦੇ ਵਿੱਚ ਜਾ ਕੇ ਡੀਪ ਪੇਂਡੂ ਏਰੀਆ ਜਿੱਥੇ ਇਕੱਲਾ ਪਿੰਡ ਹੀ ਆ, ਉੱਥੇ ਆਪਾਂ ਗੱਲ ਕਰਾਂਗੇ, ਉੱਥੇ ਇੰਨਾ ਕੁਛ ਜਾਂ ਇੰਨਾ ਟਰਨਓਵਰ ਜਾਂ ਉਹ ਚੀਜ਼ਾਂ ਉਨੀ ਨਹੀਂ ਹੋਊਗਾ, ਨਾ ਸੇਲ ਉਨੀ ਹੋ ਕੋਈ ਵੀ ਚੀਜ਼ ਨੂੰ ਜਦੋਂ ਤੁਸੀਂ ਲਾਉਣਾ ਹੈ ਤੁਹਾਨੂੰ ਸਟੱਡੀ ਕਰਨਾ ਬਹੁਤ ਜ਼ਰੂਰੀ। ਸਟੱਡੀ ਕਰਨਾ ਜ਼ਰੂਰੀ ਆ। ਸਟੱਡੀ ਕਰਨ ਦੇ ਵਿੱਚ ਇਹ ਹੁੰਦਾ, ਦੋ ਚੀਜ਼ਾਂ ਨੇ। ਜੇ ਤੁਸੀਂ ਕੁਛ ਫਾਰਮਰ ਸਾਡੇ ਕੋਲ ਇੱਦਾਂ ਦੇ, ਜਿਹਨੇ ਪਿਛਲੇ ਸਾਲ ਮੇਰੀ ਇੱਕ ਫਾਰਮਰ ਨਾਲ ਗੱਲ ਹੋਈ, ਉਹ ਆਟਾ ਸਪਲਾਈ ਕਰਦਾ ਲੁਧਿਆਣਾ ਸ਼ਹਿਰ ਦੇ ਵਿੱਚ ਹੀ। ਉਹਦੇ ਕੁਝ ਕਸਟਮਰ ਸਬਜ਼ੀ ਵੇਚਦਾ ਸੀਗਾ, ਸਬਜ਼ੀ ਦੇ ਨਾਲ ਕੋਲ ਆਟਾ ਕਰਨ ਲੱਗ ਗਿਆ। ਉਹਨੇ ਕਣਕ ਆਪਣੀ ਘਰੇ ਰੱਖ ਲਈ, ਇੱਕ ਵੈਰਾਈਟੀ 550 ਦਾ ਆਟਾ, ਥੋੜਾ ਜਿਹਾ ਵਧੀਆ ਲੱਗਦਾ ਆ ਖਾਣ ਨੂੰ, ਟੇਸਟੀ ਹੁੰਦੀ ਰੋਟੀ ਲੱਗਦੀ ਉਹਦੀ, ਤੇ ਉਹਨੇ ਉਹ 550 ਦੇ ਆਟੇ ਆਪਦੀ ਪਿੰਡ ਦੀ ਚੱਕੀ ਤੋਂ ਪਸਾ ਕੇ ਪੈਕ ਕਰਕੇ ਲਿਆ ਕੇ ਉਹਨੂੰ ਦੇ ਦਿੰਦਾ ਆ। ਜੇ ਉਹਨੂੰ ਮੈਂ ਉਹੀ ਗੱਲ ਕਰਦਾ, ਮੈਂ ਤੈਨੂੰ ਇਹ ਚੀਜ਼ ਦਾ ਬੈਨੀਫਿਟ ਹੈ, ਜਦੋਂ ਤੇਰੇ ਕੋਲ ਲੱਗਿਆ ਵੀ ਹੁਣ ਮੈਂ ਆਪਣੀ ਚੱਕੀ ਲਾ ਸਕਦਾ, ਸਾਲ ਨੂੰ ਲੱਗੇ 2 ਸਾਲ ਨੂੰ ਲੱਗੇ, ਉਦੋਂ ਤੂੰ ਲਾ ਲਾ। ਅਦਰਵਾਈਜ਼ ਤੇਰਾ ਕੰਮ ਜਿੰਨਾ ਕੁ ਹੈਗਾ ਆ ਉਨਾ ਕੁ ਤੇਰਾ ਕਿਸੇ ਤੋਂ ਰੈਂਟ 'ਤੇ ਕੰਮ ਕਰਵਾ ਕੇ ਚੱਲਦਾ ਆ। ਆਪਾਂ ਖੇਤੀ 'ਚ ਵੀ ਇਹੀ ਗੱਲ ਕਰਦੇ ਨਾ, ਮਸ਼ੀਨਰੀ ਜ਼ਿਆਦਾ ਹੈ, ਟਰੈਕਟਰ ਜ਼ਿਆਦਾ ਨੇ, ਇਹ ਜਿਹਨੂੰ ਰੈਂਟ 'ਤੇ ਲੈ ਕੇ ਸਰ ਸਕਦਾ ਆ ਉਹਨੂੰ ਰੈਂਟ 'ਤੇ ਲੈ ਕੇ ਕਰ ਲੈਣਾ ਚਾਹੀਦਾ। ਇਸੇ ਕੰਮ 'ਚ ਪ੍ਰੋਸੈਸਿੰਗ ਦੇ ਵਿੱਚ ਹੁਣ ਸਰੋਂ ਦਾ ਤੇਲ ਆ, ਹੁਣ ਸਰੋਂ 2 ਏਕੜ ਕਿਸੇ ਨੇ ਬੀਜ ਲਈ, ਸਰੋਂ ਦਾ ਤੇਲ ਦਾ ਬਾਜ਼ਾਰ ਦੇ ਵਿੱਚ ਇਹ ਪੂਰੀ ਅਫਵਾਹ ਹੀ ਆਵੇ ਕਿ ਪਿਓਰ ਤਾਂ ਮਿਲਦਾ ਹੀ ਨਹੀਂ ਜੀ। ਤੇ 2 ਏਕੜ ਤੁਸੀਂ ਬੀਜ ਲਈ, 2 ਏਕੜ ਦੇ ਵਿੱਚੋਂ 1 ਏਕੜ ਬੀਜ ਲਈ, ਤੁਸੀਂ ਆਪਣੇ ਰਿਸ਼ਤੇਦਾਰਾਂ ਦਾ ਹੀ ਫੜ ਲਓ ਵੀ ਹਾਂ ਆਪਾਂ ਜਾਂ ਤੁਸੀਂ 20 ਲੀਟਰ ਤੇਲ ਤੁਹਾਨੂੰ ਮੈਂ ਦੇ ਦੂੰਗਾ। ਤੁਸੀਂ ਕਿਸੇ ਤੋਂ ਵੀ ਰੈਂਟ 'ਤੇ ਕਢਵਾ ਕੇ ਉਹਨਾਂ ਨੂੰ ਤੇਲ ਦੇ ਸਕਦੇ ਹੋ ਆਪਣਾ ਮਾਰਜਨ ਰੱਖ ਕੇ, ਤੇ ਖਲ ਤੁਹਾਡੀ ਫਿਰ ਆਪਦੇ ਪਸ਼ੂਆਂ ਲਈ ਯੂਜ਼ ਹੋ ਸਕਦੀ ਹੈ ਜਾਂ ਤੁਸੀਂ ਸੇਲ ਕਰ ਸਕਦੇ ਹੋ। ਮਹਿੰਦਰ ਸਿੰਘ ਜੀ, ਇਹਦੇ ਵਿੱਚ ਇੱਕ ਮੈਨੂੰ ਹੋਰ ਗੱਲ ਦੱਸੋ ਵੀ ਤੁਸੀਂ ਆਰਗੈਨਿਕ 'ਚ ਇੱਕ ਅੱਜ ਤੋਂ 20 ਸਾਲ ਪਹਿਲਾਂ ਸੀਗਾ ਵੀ ਆਰਗੈਨਿਕ ਸ਼ਬਦ ਜਿਉਂਦਾ ਨਹੀਂ ਸੀ ਬਹੁਤਾ, ਬਿਲਕੁਲ, ਯੂਨੀਵਰਸਿਟੀ ਵੀ ਨਹੀਂ ਸੀ ਮੰਨਦੀ, ਹਾਂਜੀ, ਹੁਣ ਤਾਂ ਰਿਸਰਚ ਸੈਂਟਰ ਬਣ ਗਿਆ। ਬਿਲਕੁਲ ਜੀ। ਤੇ ਤੁਹਾਡਾ ਇੱਥੋਂ ਮੋੜਾ ਕਿਵੇਂ ਪਿਆ ਆਰਗੈਨਿਕ ਵੱਲ, ਤੇ ਆਰਗੈਨਿਕ ਨੂੰ ਸਟੇਬਲ ਕਰਨ 'ਚ ਕਿੰਨੀਆਂ ਕੁ ਦਿੱਕਤਾਂ ਆਈਆਂ, ਤੇ ਇਸ ਵਕਤ ਸਟੇਬਲ ਕਰ ਪਾਏ ਹੋ? ਆਰਗੈਨਿਕ ਮੈਨੂੰ ਕਰਦੇ ਨੂੰ ਵੀ ਤਕਰੀਬਨ 5-6 ਸਾਲ ਹੋ ਗਏ ਜੀ। ਠੀਕ ਹੈ, ਮੈਂ ਏਰੀਆ ਰੱਖਿਆ 5-6 ਸਾਲ ਤੋਂ ਪਹਿਲਾਂ ਵੀ, ਤਕਰੀਬਨ 10 ਸਾਲ ਤੋਂ ਜਦੋਂ ਮੈਂ ਖੇਤੀ ਕਰਦਾ ਸੀ, ਮੈਂ ਇੱਕ ਚੀਜ਼ ਇਹ ਦੇਖੀ ਸੀ, ਜਿਹੜਾ ਤਜਰਬਾ ਸੀਗਾ ਮੇਰਾ, ਮੈਂ ਕਣਕ ਦੇ ਵਿੱਚ ਬਿਨਾਂ ਖਾਦ ਪਾਏ ਆਪਣੇ ਘਰ ਦੇ ਲਈ ਕਣਕ ਬੀਜ ਲੈਂਦਾ ਸੀ। ਜਿਹੜੇ ਖੇਤ 'ਚ ਮੈਂ ਰੂਟੀਨ 'ਚੋਂ ਕਣਕ ਬੀਜਦਾ ਸੀ, ਉਹਦੇ ਵਿੱਚ ਇੱਕ ਗੜਾਈ ਅਸੀਂ ਕਰਦੇ ਸੀ ਤਰਫਾਲੀ ਦੇ ਨਾਲ, ਉਹ ਖੇਤ ਦੇ ਵਿੱਚ ਗੁੱਲੀ ਡੰਡਾ ਆਪਣੇ ਆਪ ਖਤਮ ਹੋ ਜਾਂਦਾ ਸੀ ਕੁਦਰਤੀ, ਨਾ ਕਿਸੇ ਸਪਰੇਅ ਦੀ ਲੋੜ ਪੈਂਦੀ ਸੀ। ਅੱਜ ਵੀ ਜਿੰਨੇ ਤੁਹਾਨੂੰ ਆਰਗੈਨਿਕ ਫਾਰਮ ਮਿਲਣਗੇ, ਇੱਕ ਅੱਧੇ ਸਾਲ ਦੇ ਵਿੱਚ ਉਹਨਾਂ ਦੇ ਵਿੱਚੋਂ ਗੁੱਲੀ ਡੰਡਾ ਖਤਮ ਹੋ ਜਾਂਦਾ। ਗੁੱਲੀ ਡੰਡਾ ਦਾ ਖਤਮ ਹੋਣ ਦਾ ਕਾਰਨ ਸਮਝ ਨਹੀਂ ਆਇਆ ਕੀ ਆ, ਪਤਾ ਨਹੀਂ ਉਹ ਯੂਰੀਆ DAP ਨਾਲ ਹੀ ਚੱਲਦਾ। ਉਹ ਕਹਿੰਦੇ ਵੀ ਜੜ ਤਾਂ ਹੁੰਦੀ ਉਹ ਪਹਿਲਾਂ ਲੈ ਲੈਂਦਾ। ਹਾਂਜੀ, ਠੀਕ ਹੈ ਨਾ। ਤੇ ਜੇ ਆਰਗੈਨਿਕ 'ਚ ਕਰਦੇ ਆ ਤਾਂ ਉਹ ਆਪਣੇ ਆਪ ਹੀ ਖੇਤ 'ਚ ਹੋਣਾ ਖਤਮ ਹੋ ਜਾਂਦਾ, ਦੂਜੇ ਤੀਜੇ ਸਾਲ ਉਹ ਹੁੰਦਾ ਨਹੀਂ। ਅੱਛਾ, ਬਾਕੀ ਦੀਆਂ ਥੋੜ੍ਹੀਆਂ ਜਿਹੀਆਂ ਸਮੱਸਿਆਵਾਂ ਆਉਂਦੀਆਂ ਨੇ ਦੂਜੇ ਤਰ੍ਹਾਂ ਦੇ ਬੀਟਸ ਦੀਆਂ, ਉਹ ਤਾਂ ਗਡਾਈ ਹੋਈ ਹੈ ਉਹਦਾ। ਜਾਣੀ ਕਿ ਜੇ ਸ਼ਿਫਟ ਕਰਨਾ ਹੋਵੇ ਖੇਤ ਨੂੰ ਤਾਂ ਇਹ ਅਸੰਭਵ ਨਹੀਂ ਹੋ ਸਕਦਾ? ਬਿਲਕੁਲ ਜੀ, ਹੋ ਸਕਦਾ। ਅਸੰਭਵ ਤਾਂ ਕੁਝ ਵੀ ਨਹੀਂ ਹੁੰਦਾ ਹੈਗਾ, ਥੋੜ੍ਹਾ ਜਿਹਾ ਮਿਹਨਤ ਜ਼ਿਆਦਾ ਆ ਆਰਗੈਨਿਕ ਦੇ ਉੱਤੇ, ਹੋਰ ਕੁਛ ਨਹੀਂ ਹੈਗੀ। ਮਿਹਨਤ ਦੇ ਵਿੱਚ ਵੀ ਇਹ ਹੈ ਜਿਹੜੀ ਪਹਿਲਾਂ ਆਪਾਂ ਗੱਲ ਕਰਕੇ ਹਟੇ ਕਿ ਮੈਕਨਾਈਜ਼ ਜਿਹੜਾ ਸਿਸਟਮ ਬਣਦਾ ਆ, ਉਹ ਹਲੇ ਆਰਗੈਨਿਕਲੀ ਡਿਵੈਲਪ ਨਹੀਂ ਹੋਇਆ। ਜਿੱਦਣ ਸਾਡੇ ਕੋਲ ਉੱਦਾਂ ਦੀਆਂ ਤਰਫਾਲੀਆਂ ਟਰੈਕਟਰ ਨਾਲ ਮਗਰ ਪੈਣ ਵਾਲੀਆਂ ਬਣ ਗਈਆਂ, ਹੁਣ ਕੁਛ ਲੋਕਾਂ ਨੇ ਝੋਨੇ ਦੀਆਂ ਵੀ ਗਡਾਈ ਕਰਨ ਦੇ ਲਈ ਮਸ਼ੀਨਰਾਂ ਉਹ ਇੱਕ ਧਾਰੀ ਬਣਾ ਲਈਆਂ। ਜਦੋਂ ਜਿਉਂ-ਜਿਉਂ ਉਹ ਡਿਵੈਲਪ ਹੋ ਜਾਣਗੀਆਂ, ਉਹਦੇ 'ਚ ਸੋਧਾਂ ਹੋ ਜਾਣਗੀਆਂ, ਉਹ ਕਾਮਯਾਬ ਹੋ ਜਾਣਗੀਆਂ, ਤਾਂ ਆਰਗੈਨਿਕ ਲਫ਼ਜ਼ ਵੀ ਕੋਈ ਉਹ ਨਹੀਂ ਰਹੂਗਾ ਵੀ ਹਾਂ ਆਰਗੈਨਿਕ ਖੇਤੀ ਔਖੀ ਹੈ ਜਾਂ ਕੁਛ। ਮੇਨ ਮੈਕਨਾਈਜ਼ਡ ਨਾ ਹੋਣ ਕਰਕੇ ਸਾਨੂੰ ਲੱਗਦਾ ਲੇਬਰ ਮਹਿੰਗੀ ਪੰਜਾਬ। ਇੱਕ ਮੇਰਾ ਸਵਾਲ ਇਹ ਹੈ ਵੀ ਲੁਧਿਆਣਾ ਤੁਹਾਡੇ ਨੇੜੇ ਪੈਂਦਾ, ਚਲੋ ਕੋਹਾੜਾ ਪੈਂਦਾ, ਲੁਧਿਆਣਾ ਪੈਂਦਾ, ਕਈ ਸ਼ਹਿਰ ਹੈ, ਕਸਟਮਰ ਹੈਗਾ ਚੰਗਾ ਖਾਣ ਵਾਲਾ? ਕਸਟਮਰ ਦਾ ਤਾਂ ਹੈਗਾ ਜੀ, ਕਸਟਮਰ ਦੀ ਕੋਈ ਦਿੱਕਤ ਨਹੀਂ। ਗੈਪ ਕਿਉਂ ਫਿਰ? ਐਡਵਰਟਾਈਜ਼ ਜਦੋਂ ਕਰਦੇ ਆ ਨਾ, ਗੈਪ ਦੇ ਵਿੱਚ ਇਹ ਆ ਕਸਟਮਰ ਹੈਗਾ ਬਹੁਤ ਜ਼ਿਆਦਾ, ਪਰ ਕਸਟਮਰ ਦੇ ਵਿੱਚ ਰੈਗੂਲਰਿਟੀ ਨਹੀਂ ਆ ਰਹੀ। ਉਹਦਾ ਮੌਸਮ ਕਰਕੇ, ਉਹਦਾ ਮੌਸਮ ਕਰਕੇ ਕਹਿ ਲਓ, ਜਾਂ ਦੂਜੀ ਚੀਜ਼ ਇਹ ਹੁੰਦੀ ਆ, ਹੁਣ ਕਸਟਮਰ ਕਹਿੰਦਾ ਵੀ ਮੈਂ ਚੰਗਾ ਖਾਣਾ ਸ਼ੁਰੂ ਕਰਤਾ, ਮੈਨੂੰ ਹੁਣ ਬੁਖਾਰ ਵੀ ਨਾ ਹੋਵੇ। ਅੱਛਾ, ਠੀਕ ਹੈ ਨਾ। ਜਿਹੜੇ ਉਹ ਹਲੇ ਮਾਈਂਡ ਸੈੱਟ ਆ, ਉਹ ਬਣੇ ਨਹੀਂ, ਉਹ ਹਲੇ ਬਣੇ ਨਹੀਂ। ਉਹ ਥੋੜਾ ਜਿਹਾ ਹਲੇ ਹੋਰ ਵੀ ਅਵੇਅਰ ਹੋਣ ਦੀ ਲੋੜ ਆ, ਟਾਈਮ ਲੱਗੂਗਾ, ਜਾਂ ਜਿੱਦਾਂ ਵੀ ਆਪਾਂ ਕਹਿ ਲਓ ਵੀ ਜੋ ਲੋਕ ਥੋੜੇ ਜਿਹੇ ਸਿਆਣੇ ਹੋਣੇ ਸ਼ੁਰੂ ਹੋਣਗੇ। ਤੇ ਗਾਹਕ ਹੈਗਾ? ਗਾਹਕ ਤਾਂ ਹੈਗਾ, ਪੈਸਾ ਵੀ ਮਿਲਦਾ ਉਹਨਾਂ? ਪੈਸਾ ਵੀ ਮਿਲਦਾ, ਪੈਸੇ ਦੀ ਕੋਈ ਦਿੱਕਤ ਨਹੀਂ। ਖੇਤੀ ਦੇ ਵਿੱਚ ਕੀ ਕੀ ਲਾਇਆ ਵਾ ਹੁਣ ਮੌਕੇ ਤੇ? ਹੁਣ ਸਾਡੇ ਕੋਲੇ ਸਬਜ਼ੀਆਂ ਨੇ, ਸਬਜ਼ੀ ਦੇ ਵਿੱਚ ਸਾਡੇ ਕੋਲੇ ਹੈਗਾ ਆ ਭਿੰਡੀ ਆ, ਇੱਕ ਪਰਵਲ ਆ। ਜਿਹੜੇ ਆਪਣੇ ਪਰਵਲ ਤਾਂ ਆਪਣੇ ਲੋਕ ਤਾਂ ਖਾਂਦੇ ਹੀ ਨਹੀਂ, ਉਹ ਚਿੱਬੜ ਵਰਗੀ ਇੱਕ ਚੀਜ਼ ਆ, ਪਰਵਲ ਕਹਿੰਦੇ ਆ।
ਅਸੀਂ ਹੁਣ ਭਈਆਂ ਨੂੰ ਦੇਖ ਕੇ ਖਾਣਾ ਸ਼ੁਰੂ ਕੀਤਾ। ਮਤਲਬ ਮੈਨੂੰ ਇਹ ਲੱਗਦਾ ਵੀ ਸਵਾਦ ਬੜਿਆ, ਬਿਹਾਰੀਆਂ ਦਾ ਖਾਣਾ ਆਪਣੇ ਨਾਲੋਂ ਜ਼ਿਆਦਾ ਵਧੀਆ, ਉਹ ਵੈਰਾਈਟੀ ਆਪਣੇ ਨਾਲੋਂ ਵੱਧ ਖਾਂਦੇ ਆ। ਨਹੀਂ ਸਵਾਦ ਬੜਾ, ਹਾਂਜੀ ਹਾਂ, ਕਰਾਰਾ ਬੜਾ ਬਣਦਾ, ਕਰਾਰਾ ਬੜਾ ਬਣਦਾ। ਤੇ ਉਹ ਕਰੇਲੇ ਨੇ, ਆਪਣਾ ਕੱਦੂ ਆ, ਘੀਆ ਕੱਦੂ ਵਗੈਰਾ ਹੈਗਾ, ਇਹ 4-5 ਤਰ੍ਹਾਂ ਦੀਆਂ ਸਬਜ਼ੀਆਂ ਨੇ। ਉਸ ਤੋਂ ਬਾਅਦ ਸਾਡੇ ਕੋਲ ਇਹਨੂੰ ਬਚਾ ਕੇ ਰੱਖਿਆ ਰਿਹਾ ਸਪਰੇਆਂ ਤੋਂ, ਇਹਨੂੰ ਤਕਰੀਬਨ ਜੇ ਹੁੰਦਾ, ਜੇ ਨੀਡ ਬੇਸ ਹੁੰਦਾ ਜੀ ਇਹਨੂੰ। ਅਸੀਂ ਇਹ ਨਹੀਂ ਕਹਿੰਦੇ ਵੀ ਆਰਗੈਨਿਕ ਆ ਸਬਜ਼ੀ ਸਾਡੀ, ਆਰਗੈਨਿਕ ਨਹੀਂ ਹੈਗੀ, ਪਰ ਇਹ ਵੀ ਸਾਨੂੰ ਆਹ 2-3 ਮਹੀਨੇ ਦੇ ਵਿੱਚ ਐਂਡ ਦੇ ਉੱਤੇ ਬਰਸਾਤ ਤੇ ਆ ਕੇ ਸਾਨੂੰ ਇੱਕ ਸਪਰੇਅ ਕਰਨੀ ਪਈ ਆ। ਉਹ ਯੂਨੀਵਰਸਿਟੀ ਮੁੱਠੀਆਂ ਨਾਲ ਰੇਹ ਨਹੀਂ ਪਾਉਂਦੇ, ਮੁੱਠੀਆਂ ਨਾਲ ਰੇਹ ਨਹੀਂ ਪਾਉਂਦੇ। ਇਸੇ ਕਰਕੇ ਅਸੀਂ ਹੁਣ ਉਹ ਪਿਛਲੇ ਸਾਲ ਅਸੀਂ ਲਾਏ ਸੀਗੇ ਆਪਣੇ ਬਤਾਊਂ, ਉਹ ਸਾਡੇ ਕੋਲੋਂ ਹੋਏ ਨਹੀਂ ਗਏ ਤੇ ਅਸੀਂ ਉਹਦੀ ਸਪਰੇਅ ਵੀ ਨਹੀਂ ਕੀਤੀ। ਅਸੀਂ ਆਪਣੇ ਖਾਣ ਲਈ ਜਿੰਨੇ ਹੋ ਗਏ ਉਹਨੇ ਖਾਈ ਗਏ, ਉਹਨੇ ਬੂਟਿਆਂ ਤੋਂ, ਯਾਨੀ ਕਿ ਉਹ ਖਰਾਬ ਨਹੀਂ ਕੀਤਾ। ਮੰਡੀ ਨਹੀਂ ਜਾ ਸਕੇ ਅਸੀਂ, ਕਿਉਂਕਿ ਮੰਡੀ ਜਾਣ ਜੋਗੇ ਹੋਈ ਨੇ, ਉਹ ਕੀੜਾ ਵਗੈਰਾ ਲੱਗ। ਤੁਹਾਨੂੰ ਆਪਦੀ ਕੰਮ 'ਚ ਲੱਗਿਆ ਵੀ ਲੋਕਾਂ 'ਚ ਤਾਂਘ ਹੈਗੀ ਹੈ, ਤੁਹਾਡੇ ਪੱਕੇ ਕਸਟਮਰ ਤੁਹਾਡਾ ਝੱਗਾ ਪਾੜਦੇ ਵੀ ਯਾਰ ਲਿਆ ਕੇ ਦੇ, ਤੂੰ ਜਿੱਥੋਂ ਮਰਜ਼ੀ ਲਿਆ ਕੇ ਦੇ ਸਾਨੂੰ? ਬਿਲਕੁਲ ਜੀ, ਉਹ ਤਾਂ ਹੈਗੀ ਆ। ਫਿਰ ਉਹੀ ਦਿੱਕਤ ਆ ਜਾਂਦੀ ਜਦੋਂ ਗੈਪ ਆ ਜਾਂਦਾ। ਸਾਡੇ ਕੋਲ ਇੱਕ ਚੀਜ਼ ਥੋੜ੍ਹੀ ਆ, ਜਦੋਂ ਕਸਟਮਰ ਸਾਡੇ ਗੱਲ ਪੈਂਦਾ ਵੀ ਕਿੱਥੋਂ ਲੈ ਕੇ ਦੇ। ਹੁਣ ਜੇ ਤਾਂ ਅਸੀਂ ਬਹੁਤਿਆਂ ਦਾ ਦਿੱਕਤ ਵੀ ਇਹੀ ਆਉਂਦੀ ਆ, ਜਿਹੜੇ ਫਾਰਮਰਸ ਜਦੋਂ ਕਰਦੇ ਆ ਉਦੋਂ ਉਹ ਕਰ ਲੈਂਦੇ ਆ ਵੀ ਠੀਕ ਹੈ ਜੀ ਅਸੀਂ ਤੁਹਾਨੂੰ ਲਿਆ ਕੇ ਦਿੰਦੇ ਆ, ਫਿਰ ਵਿਸ਼ਵਾਸ ਬਾਜ਼ਾਰੋਂ ਵੀ ਲੈ ਕੇ ਕਾਰਵਾਈ ਪਾ ਜਾਂਦੇ ਆ, ਉਹਦੇ ਨਾਲ ਫਿਰ ਵਿਸ਼ਵਾਸ ਟੁੱਟ ਜਾਂਦਾ। ਸਾਨੂੰ ਇਹ ਦਿੱਕਤ ਆ ਜਾਂਦੀ ਵੀ ਸਾਡੇ ਨਾਲੋਂ ਕਸਟਮਰ ਟੁੱਟ ਜਾਂਦਾ ਹੈ ਜਦੋਂ ਅਸੀਂ ਕਹਿ ਦਿੰਦੇ ਯਾਰ ਹੁਣ ਨਹੀਂ, ਹੁਣ ਤਾਂ ਅਗਲੇ ਸਾਲ। ਫਸਲ ਦਾ ਤਾਂ ਇੱਕ ਲਿਮਟਿਡ ਏਰੀਆ ਹੈ ਨਾ, ਉਹਨੂੰ ਪਾਣੀ ਪਾ ਕੇ ਤਾਂ ਵਧਾਇਆ ਨਹੀਂ ਜਾ ਸਕਦਾ, ਜਾਂ ਤਾਂ ਫਿਰ ਝੂਠਾ ਮੂਠਾ ਕੰਮ ਹੋਊਗਾ। ਨਾ ਫੈਕਟਰੀ 'ਚ ਵਧਾਇਆ ਜਾ ਸਕਦਾ, ਨਾ ਪਾਣੀ ਪਾ ਕੇ ਵਧਾਇਆ ਸਕਦਾ। ਉਹਦੀ ਤਾਂ ਇੱਕ ਲਿਮਟ ਹੈ, ਲਿਮਟ ਆ ਬਿਲਕੁਲ। ਜਾਣੀ ਗਾਹਕ ਦੀ ਕੋਈ ਸਮੱਸਿਆ ਨਹੀਂ, ਪੈਸੇ ਦੀ ਕੋਈ ਸਮੱਸਿਆ ਨਹੀਂ, ਬਿਲਕੁਲ। ਜਾਣੀ ਕੰਟੀਨਿਊਟੀ ਨਹੀਂ ਬਣਦੀ ਬਿਹਤਰ ਕਰਕੇ ਚਾਹੇ ਸਟੋਰੇਜ ਕਰਕੇ। ਬਿਲਕੁਲ। ਅੱਛਾ ਮੈਨੂੰ ਇਹ ਦੱਸੋ, ਹੁਣ PAU ਕਿਸਾਨ ਕਲੱਬ ਦੀਆਂ ਤੁਸੀਂ ਸਾਰੇ ਪੰਜਾਬ ਨੂੰ ਵਾਚ ਕਰਦੇ ਆ, ਤੁਹਾਡੀ ਮਿੱਟੀਆਂ ਨੂੰ, ਜੇ ਕਾਮਨ ਜੀਆਂ 5-7 ਗੱਲਾਂ ਕਰੀਏ ਵੀ ਪੰਜਾਬ ਦਾ ਕਿਸਾਨ ਕੱਢਣਾ ਹੈ ਗਾਰੇ 'ਚੋਂ, ਕਿਵੇਂ ਕੱਢਿਆ ਜਾ ਸਕਦਾ ਟੈਕਨੀਕਲੀ? ਦੇਖੋ ਟੈਕਨੀਕਲੀ ਹੁੰਦਾ ਹੈ ਕਿ ਸਾਰੀਆਂ ਜਿਹੜੀਆਂ, ਜੇ ਅੱਜ ਦੀ ਆਪਾਂ ਜਿੱਥੇ ਆਪਾਂ ਜਿਹੜਾ ਕੁਝ ਕਰ ਰਹੇ ਹਾਂ, ਇਹਦੇ ਵਿੱਚ ਗੌਰਮੈਂਟ ਦੀਆਂ ਪਾਲਿਸੀਆਂ ਦਾ ਬਹੁਤ ਵੱਡਾ ਰੋਲ ਆ। ਪੰਜਾਬ ਨੂੰ ਤਾਂ ਕਣਕ, ਜਿਵੇਂ ਹੁਣ ਵੀ MP ਦੀ ਕਣਕ ਖਾਂਦੇ ਆ ਨਾ ਬਹੁਤ ਲੋਕ ਆਪਣੇ, ਪੰਜਾਬ ਦਾ ਕਣਕ ਵੀ ਬਾਹਰੋਂ ਲੈ ਕੇ ਖਾਵੇ, ਚਾਵਲ ਵੀ ਬਾਹਰੋਂ ਲੈ ਕੇ ਖਾਵੇ ਜੇ ਸਰਕਾਰਾਂ ਚਾਹੁਣ। ਕਿਉਂਕਿ ਜੇ ਇੱਥੇ ਆਪਣੇ ਨਾਲ ਸਾਰੀ ਆ ਬੈਲਟ ਬੈਠੀ ਆ ਜਿਹਦੇ ਵਿੱਚ ਦੁਬਈ ਵਗੈਰਾ, ਇਰਾਨ, ਇਰਾਕ ਤੁਹਾਡੇ ਹੈਗੇ ਨੇ, ਇੱਥੋਂ ਬਾਏ ਰੋਡ ਜਾਂ ਬਾਏ ਏਅਰ 2-3 ਘੰਟੇ ਦਾ ਸਫ਼ਰ ਆ, ਉਹ ਯੂਰਪ ਤੋਂ ਸਬਜ਼ੀ ਮੰਗਾ ਕੇ ਖਾ ਰਹੇ ਆ, ਤੇ ਅਸੀਂ ਪੰਜਾਬ ਤੋਂ ਕਿਉਂ ਨਹੀਂ ਦੇ ਸਕੇ ਅਸੀਂ ਉਹਨਾਂ ਨੂੰ? ਇੱਥੋਂ ਸਿਰਫ ਦੁਬਈ ਦਾ 3 ਘੰਟੇ ਦੀ ਫਲਾਈਟ ਆ, ਅੰਮ੍ਰਿਤਸਰ ਤੋਂ, ਜੇ 3 ਘੰਟੇ ਦੀ ਵੀ ਨਹੀਂ ਹੋਣੀ, ਮੇਰਾ ਖਿਆਲ ਦੇ 2.5 ਘੰਟੇ ਦੀ ਗਈ ਆ। ਤੇ ਉਹ ਯੂਰਪ ਨਾਲੋਂ ਕੀ ਸਾਡੀ ਮਹਿੰਗੀ ਪਊਗੀ? ਯੂਰਪ ਦੀ ਲੇਬਰ, ਯੂਰਪ ਨੇ ਪਾਉਂਡਾਂ 'ਚ ਲੇਬਰ ਦੇਣੀ ਆ, ਅਸੀਂ ਇੱਥੇ ਰੁਪਈਆਂ 'ਚ ਦੇ ਕੇ ਕਰਨਾ ਹੈ। ਸਾਡੇ ਨਾਲੋਂ ਅਸੀਂ ਉਹਨਾਂ ਨੂੰ ਸਸਤੀ ਸਬਜ਼ੀ ਦੇ ਸਕਦੇ ਹਾਂ ਨਾ। ਸਾਰੇ ਇਸ ਏਰੀਏ ਨੂੰ ਅਸੀਂ ਫੀਡ ਕਰ ਸਕਦੇ, ਫਰੂਟ ਫੀਡ ਕਰ ਸਕਦੇ ਹਾਂ, ਅਸੀਂ ਵੈਜੀਟੇਬਲਸ ਫੀਡ ਕਰ ਸਕਦੇ ਹਾਂ, ਹੋਰ ਕੀ ਕੀਤਾ ਜਾ ਸਕਦਾ? ਠੀਕ ਹੈ ਨਾ। ਉਹਦੇ 'ਚ ਇਹ ਹੁੰਦਾ ਵੀ ਉਹਨੂੰ ਜੇ ਤੁਹਾਨੂੰ ਦਿੱਕਤਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਵਿੱਚ ਇਹ ਤੁਹਾਨੂੰ ਬਲੋਕਾਂ ਦੇ ਉੱਤੇ ਹੱਬ ਬਣਾ ਕੇ ਵੀ ਕਿਹੜੀ ਮਿੱਟੀ ਤੇ ਕਿੱਥੇ ਕਿਹੜੀ ਚੀਜ਼ ਵਧੀਆ ਹੋ ਸਕਦੀ ਆ, ਉਸ ਏਰੀਏ 'ਚ ਉੱਦਾਂ ਦੀ ਖੇਤੀ ਕਰਵਾ ਕੇ ਉਦੋਂ ਸਿੱਧੇ ਕੰਟੇਨਰ ਜਾਣ, ਉੱਥੇ ਬਾਏ ਰੋਡ ਵੀ ਜਾ ਸਕਦੇ ਆ। ਜਿਹੜੀ ਚੀਜ਼ ਸਟੋਰੇਜ ਹੋ ਸਕਦੀ ਆ 10 ਦਿਨ ਕੱਢ ਸਕਦੀ ਹੈ ਪਹੁੰਚਣ ਨੂੰ, ਉਹ ਬਾਏ ਰੋਡ ਵੀ ਪਾਕਿਸਤਾਨ ਨਾਲ ਖੋਲ੍ਹ ਕੇ ਜਿੱਥੇ ਮਰਜ਼ੀ ਜੋ ਮਰਜ਼ੀ ਭੇਜ ਲਓ। ਠੀਕ ਹੈ ਨਾ। ਜਾਨੀ ਕਿ ਥੋੜਾ ਜਿਹਾ ਆਧਾਰਤਾ ਦਿਖਾਉਣੀ ਪਊ, ਬਹੁਤ ਨੇ, ਆਧਾਰਤਾ ਦਿਖਾਉਣੀ ਪੈ ਸਕਦੀ ਆ। ਤੇ ਜਿਹੜੀ ਮੇਨ ਜਾਨੀ ਕਿ ਝੱਗਾ ਨਹੀਂ ਝਾੜਿਆ ਜਾ ਸਕਦਾ ਵੀ ਖੇਤੀ ਉੱਤਮ ਨਹੀਂ ਹੈ। ਨਹੀਂ ਜੀ ਨਹੀਂ, ਇਹ ਨਹੀਂ ਝਾੜਿਆ ਜਾ ਸਕਦਾ, ਇਹ ਨਹੀਂ ਕਹਿ ਸਕਦੇ। ਖੇਤੀ ਦੇ ਨਾਲ ਤਾਂ ਸਾਰਾ ਜੀਵਨ ਤਾਂ ਖੇਤੀ ਨਾਲ ਹੀ ਚੱਲਣਾ ਹੈ। ਹੁਣ ਫੈਕਟਰੀ 'ਚ ਬਣੀ ਹੋਈ ਚੀਜ਼ ਤਾਂ ਆ ਵੀ ਰੋਟੀ ਤਾਂ ਫੈਕਟਰੀ 'ਚ ਨਹੀਂ ਬਣਨੀ, ਕਣਕ ਤਾਂ ਖੇਤ ਚੁੱਗ ਕੇ ਹੀ ਪੀਸ ਕੇ ਰੋਟੀ ਬਣ ਸਕਦੀ ਉਹਦੀ, ਤਾਂ ਸਾਧਨ ਹੀ ਹੈ ਨਹੀਂ, ਖਾਣਾ ਤਾਂ ਸਾਰਿਆਂ ਨੇ ਹੈ ਹੀ ਆ। ਤੁਹਾਡਾ ਪ੍ਰੈਕਟੀਕਲ ਹੈਂਡ ਵੀ ਹੈ, ਤੁਹਾਡਾ ਬਹੁਤ 5-7 ਹਜ਼ਾਰ ਬੰਦੇ ਨਾਲ ਡਾਇਰੈਕਟ ਡੀਲਿੰਗ ਵੀ ਹੈ, ਇਹਨੂੰ ਮੈਨੇਜ ਕਿਵੇਂ ਕਰਦੇ ਹੋ? ਇੱਕ ਦੋ ਤਰ੍ਹਾਂ ਦੀਆਂ ਪ੍ਰੈਜ਼ੀਡੈਂਟ ਹੁੰਦੀਆਂ, ਪ੍ਰਧਾਨਗੀਆਂ ਦੋ ਤਰ੍ਹਾਂ, ਇੱਕ ਤਾਂ ਚੌਧਰ ਵਾਲੀ ਪ੍ਰਧਾਨਗੀ ਹੁੰਦੀ, ਇੱਕ ਤੁਸੀਂ ਫਾਰਮਰ ਵੀ ਹੋ ਤੇ ਉਹ ਸੰਸਥਾ ਦੀ ਅਗਵਾਈ ਵੀ ਕਰਦੇ, ਫਿਰ ਕਿਵੇਂ ਲੋਟ ਆਉਂਦਾ? ਸੰਸਥਾ ਦੀ ਅਗਵਾਈ ਤਾਂ ਕਰਨੀ ਪਈ, ਜਾਂ ਕਹਿ ਲਓ ਵੀ ਉਨੀ ਹਲੇ ਸਮਝ ਨਹੀਂ ਸੀਗੀ, ਜਾਂ ਉਨੀ ਉਹ ਨਹੀਂ ਸੀਗਾ। ਦੋਨਾਂ ਨੂੰ ਮੈਨੇਜ ਕਰਨਾ ਔਖਾ ਤਾਂ ਵਾਹਵਾ ਆ, ਪਰ ਹੁਣ ਜਦੋਂ ਪਈ ਗਈ ਸਿਰ, ਜਿਵੇਂ ਕਹਿੰਦੇ ਹੁੰਦੇ ਆ। ਬਹੁਤ ਟੇਢਾ ਸਵਾਲ ਹੈ ਹਾਂਜੀ, ਵੀ ਯੂਨੀਵਰਸਿਟੀ 'ਚ ਜਾਣਕਾਰੀ ਦਾ ਦਰਿਆ ਵਗਦਾ ਹੈ। ਬਿਲਕੁਲ ਜੀ। ਤੇ ਸਾਡੇ ਪੰਜਾਬ 'ਚ ਬਹੁਤ ਥਾਈਂ ਹਜੇ ਵੀ ਸੁੱਕ ਹੈ। ਹਾਂਜੀ, ਕਿਤਾਬੀ ਭਾਸ਼ਾ ਦੀ ਸਮੱਸਿਆ ਹੈ, ਸਾਡੀ ਉਹ ਲੈਂਗੁਏਜ ਨਹੀਂ ਸਾਇੰਸਦਾਨ ਪਕੜ ਪਾਏ। ਕੀ ਗੈਪ ਹੈ ਕਿ ਪੂਰੀ ਹਜੇ ਵੀ ਤੇਲੇ ਵਾਲੀਆਂ ਸਪਰੇਆਂ ਬੇਫਜ਼ੂਲ ਹੁੰਦੀਆਂ? ਦੇਖੋ ਉਹਦੇ ਵਿੱਚ ਸਾਡੀ ਜਿਹੜੀ ਸੋਸ਼ਲ ਮੈਂਟੈਲਿਟੀ ਆ ਨਾ, ਉਹ ਬਹੁਤ ਵੱਡਾ ਵਰਕ ਕਰਦੀ ਹੈ। ਇੱਕ ਬੰਦਾ ਸਾਡੇ ਕੋਲੇ ਸਾਰੇ ਤੀਜੇ 7-8 ਹਜ਼ਾਰ ਪਿੰਡਾਂ ਤੋਂ ਅਲੱਗ-ਅਲੱਗ, ਹਰੇਕ ਕਿਸੇ ਪਿੰਡ ਦੇ 2-4 ਹੋਣਗੇ ਮੈਂਬਰ, ਨਹੀਂ ਤਾਂ ਹਰੇਕ ਜੇ 7,000 ਮੈਂਬਰ 7,000 ਪਿੰਡਾਂ ਦਾ ਹੈ। ਘੱਟੋ ਘੱਟ ਮੰਨ ਕੇ ਚੱਲੋ 6,000 ਪਿੰਡਾਂ ਤੋਂ
ਕਵਰ ਕੀਤਾ ਹੈ ਇਹਦੀ ਗੱਲ। ਪਰ ਜਿਹੜਾ ਉਹ 6000 ਬੰਦਾ ਆ, ਹਰੇਕ ਬੰਦੇ ਦੀ ਇਹ ਸਮੱਸਿਆ ਵੀ ਉਹਨੂੰ ਪਿੰਡ ਦੇ ਵਿੱਚ ਤਾਂ ਡਾਕਟਰ ਕਹਿ ਕੇ ਬੁਲਾਉਂਦਾ ਜਾਂ ਯੂਨੀਵਰਸਿਟੀ ਕਹਿ ਕੇ ਬੁਲਾਉਂਦੇ ਆ। ਅੱਛਾ, ਝੇਡਾਂ ਕਰਦੇ ਆ। ਝੇਡਾਂ ਕਰਦੇ ਆ। ਜਿਹੜੀ ਸਾਡੀ ਉਹ ਮੈਂਟੈਲਿਟੀ ਆ ਨਾ, ਇਹ ਬਹੁਤ ਵੱਡਾ ਵਰਕ ਕਰਦੀ ਆ ਪਿੱਛੇ ਖਿੱਚਣ ਦੇ ਲਈ। ਉਹ ਕੰਮ ਵੀ ਕਰੂਗਾ। ਇੱਕ ਝੂਠ ਵੀ ਸੀਗੇ ਵੀ ਅੱਗੇ ਕਹਿੰਦੇ ਹੁੰਦੇ ਸੀ ਨਾ ਵੀ ਇੱਕ ਕਮੈਨ ਹੈ ਬਾਹਰ, ਉਹ ਦਾਣੇ ਵੀ ਕੱਢਦੀ ਹੈ ਤੇ ਟਾਂਗਰ ਵੀ ਵੱਖਰਾ ਕਰਦੀ ਹੈ, ਲੋਕਾਂ ਦਾ ਝੂਠ ਮਾਰਦਾ ਤੇ ਅੱਜ ਉਹ ਗੱਲਾਂ ਸੱਚ ਹੋ ਗਈਆਂ। ਬਿਲਕੁਲ ਜੀ। ਯਾਨੀ ਕਿ ਜਿਹੜੀ ਜਾਣਕਾਰੀ ਉਹ ਚੁਭਦੀ ਹੈ ਹਜੇ, ਉਹ ਚੁਭਦੀ ਵੀ ਹੈ ਹਾਲੇ। ਅਸਲ 'ਚ ਸਾਡੇ ਲੋਕ ਐਜੂਕੇਸ਼ਨ ਨੂੰ ਸਮਝ ਨਹੀਂ ਸਕੇ ਹੈਗੇ। ਜਾਂ ਤਾਂ ਐਜੂਕੇਸ਼ਨ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਪਿੱਛੇ ਹਾਂ, ਪੜ੍ਹਨ ਪੜ੍ਹਾਈ ਦੇ ਵਿੱਚ ਵੀ। ਕਿਤਾਬਾਂ ਵੀ ਮੇਰੇ ਖਿਆਲ 'ਚ ਤੁਹਾਨੂੰ ਪਿੰਡ ਦੇ ਵਿੱਚ 5ਵੇਂ 6ਵੇਂ ਪਿੰਡ ਜਾ ਕੇ ਇੱਕ ਅੱਧੇ ਘਰ ਕਿਤਾਬਾਂ ਚਾਰ ਮਿਲ ਜਾਣਗੀਆਂ ਕਿਤੇ ਪੜ੍ਹਨ ਦੇ ਲਈ। ਆਮ ਹਰੇਕ ਪਿੰਡ 'ਚ ਤੁਹਾਨੂੰ ਕਿਤਾਬਾਂ ਨਹੀਂ ਲੱਭਣੀ ਵੀ ਪੜ੍ਹਨ ਦੇ ਲਈ, ਕਿਉਂਕਿ ਸਾਡੀ ਸੋਚ ਉੱਦਾਂ ਦੀ ਨਹੀਂ ਹੈ। ਸ਼ੁਰੂ ਤੋਂ ਜ਼ਿਆਦਾ ਅਸੀਂ ਬੱਚਿਆਂ ਨੂੰ ਨਹੀਂ ਸਿਖਾ ਸਕੇ। ਹੁਣ ਬੱਚਿਆਂ ਦੇ ਤੁਸੀਂ ਮੋਬਾਈਲ ਦੇਖ ਲਿਓ ਖੋਲ੍ਹ ਕੇ, ਉਹਦੇ ਵਿੱਚ ਹੋਰ ਦੁਨੀਆ ਭਰ ਦੇ ਫੇਸਬੁੱਕਾਂ ਦੇ ਉੱਤੇ ਪੇਜ ਪੂਜ ਲਿੰਕ ਲਾਈਕ ਕੀਤੇ ਹੋ ਸਕਦੇ ਆ, ਪਰ ਜਿਹੜੇ ਖੇਤੀ ਨਾਲ ਸੰਬੰਧਿਤ ਨੇ ਜਾਂ ਆਪਣੀ ਜਿਹੜਾ ਕੰਮ ਕੀਤਾ ਕਰਦੇ ਆ ਉਹਦੇ ਨਾਲ ਸੰਬੰਧਿਤ ਨੇ, ਉਹ ਚੀਜ਼ ਦੇ ਵੱਲ ਉਹਨਾਂ ਦਾ ਨਹੀਂ ਧਿਆਨ ਜਾਂਦਾ। ਅਤੇ ਇਹੀ ਗੱਲ ਪੜ੍ਹਾਈ ਆ। ਪੜ੍ਹਾਈ ਦੇ ਵਿੱਚ ਵੀ ਯੂਨੀਵਰਸਿਟੀ ਕੋਰਸ ਕਰਾਉਂਦੀ ਆ ਜਾਂ BSc ਐਗਰੀਕਲਚਰ ਕਰਾਉਂਦੀ ਆ, ਆਪਣੇ ਲੋਕ ਬਹੁਤ ਘੱਟ ਉੱਧਰ ਨੂੰ ਜਾਂਦੇ, ਕਿਉਂਕਿ ਜਦੋਂ ਅਸੀਂ ਆਪਣੇ ਕਿੱਤੇ ਦੀ ਪੜ੍ਹਾਈ ਉਹ ਨਹੀਂ ਕਰ ਰਹੇ, ਕਿੱਤੇ ਨੂੰ ਜਾਣ ਹੀ ਨਹੀਂ ਰਹੇ, ਸਮਝ ਹੀ ਨਹੀਂ ਰਹੇ। ਇੱਕ ਭਾਸ਼ਾ ਦੀ ਸਮੱਸਿਆ, ਭਾਸ਼ਾ ਦੀ ਸਮੱਸਿਆ ਹੁੰਦੀ ਹੈ। ਦੇਖੋ ਜਿੰਨੀ ਰਿਸਰਚ ਹੁੰਦੀ ਇੰਗਲਿਸ਼ 'ਚ ਹੁੰਦੀ ਹੈ। ਬਿਲਕੁਲ ਜੀ, ਇਹ ਵੀ ਇੱਕ ਬਹੁਤ ਵੱਡਾ ਪੰਗਾ ਹੈ। ਇਹ ਤਾਂ ਬਹੁਤ ਵੱਡਾ ਹੈਗਾ ਹੀ। ਉਦੋਂ ਬਾਅਦ ਜਿਹੜੀਆਂ ਪਿਛਲੇ ਜਿਹੜੇ ਅੱਜ ਡਾਕਟਰ ਰਿਟਾਇਰ ਹੋ ਰਹੇ ਨੇ ਯੂਨੀਵਰਸਿਟੀ ਦੇ, ਉਹ ਸਾਰੇ ਪਿੰਡਾਂ 'ਚੋਂ ਆਏ ਸੀ। ਪਿੰਡਾਂ 'ਚੋਂ ਆ ਕੇ ਇੱਥੇ ਪੜ੍ਹੇ ਸੀ, ਉਹਨਾਂ ਨੂੰ ਪਿੰਡ ਦੀ ਭਾਸ਼ਾ ਵੀ ਪਤਾ ਸੀ, ਇੱਥੇ ਆ ਕੇ ਅੰਗਰੇਜ਼ੀ ਵੀ ਬੋਲਦੇ ਸੀ, ਉਹਨਾਂ ਨੂੰ ਅੰਗਰੇਜ਼ੀ ਦੀ ਭਾਸ਼ਾ ਵੀ ਪਤਾ ਸੀਗੀ। ਉਹਨਾਂ ਦੇ ਬੱਚੇ ਅੱਗੇ ਹੁਣ ਡਾਕਟਰ ਬਣ ਗਏ, ਉਹਨਾਂ ਨੂੰ ਇਕੱਲੀ ਸ਼ਹਿਰੀ ਭਾਸ਼ਾ ਅਤੇ ਅੰਗਰੇਜ਼ੀ ਭਾਸ਼ਾ ਦਾ ਪਤਾ। ਪਿੰਡ ਦੇ ਨਾਲ ਜਦੋਂ ਬੰਦੇ ਨਾਲ ਡੀਲ ਕਰਦੇ ਆ ਉਹ ਉਹਦੇ 'ਚ ਗੈਪ ਪੈ ਜਾਂਦਾ। ਉਹ ਜਾਣੀ ਕਿ ਮੋਕ ਵਾਲੇ ਸ਼ਬਦ ਨੂੰ ਸਮਝਣ 'ਚ ਔਖੇ ਹੁੰਦੇ, ਮੋਕ ਕੀ ਹੁੰਦੀ ਆ। ਉਹ ਸਮੱਸਿਆ ਵੀ ਹੈਗੀ ਆ ਥੋੜ੍ਹੀ ਜਿਹੀ। ਠੀਕ ਹੈ, ਜਿੰਨੀ ਉਹਦੇ ਵਿੱਚ ਇਹੀ ਸਮੱਸਿਆ, ਸਾਡੇ ਪਿੰਡਾਂ 'ਚੋਂ ਨਹੀਂ ਬੱਚੇ ਉੱਠ ਕੇ ਯੂਨੀਵਰਸਿਟੀ ਜਾ ਸਕੇ। ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਪਿੰਡਾਂ ਦੀ ਜਿਹੜੀ ਹੋੜ ਹੈ, ਦੌੜ ਹੈ, ਆਈਲੈਟਸ ਤੱਕ ਹੋ ਗਈ ਹੈ ਅਤੇ ਪਿੰਡਾਂ 'ਚ PAU ਦੀ ਜਿਹੜੀ ਇੰਪੋਰਟੈਂਸ ਹੈ ਉਹ ਵੀ ਪਸਾਰਾ ਨਹੀਂ ਕਰ ਸਕੇ ਉਹਨਾਂ? ਬਿਲਕੁਲ ਉਹੀ ਹੈ ਗੱਲ ਜੀ, ਕਿ ਹੁਣ ਤਾਂ ਮਤਲਬ ਮੈਨੂੰ ਤਾਂ ਇਹ ਲੱਗਦਾ ਹੁੰਦਾ, ਮੈਂ ਸਾਰੇ ਬੱਚਿਆਂ ਨੂੰ ਇਹ ਕਹਿੰਦਾ ਵੀ ਜੇ ਤੁਸੀਂ ਇੱਥੇ ਜਿਹੜਾ ਬੱਚਾ ਪੜ੍ਹ ਸਕਦਾ, ਜਿਹੜਾ ਬੱਚਾ 8 ਬੈਂਡ ਆਈਲੈਟਸ ਦੇ ਲੈ ਸਕਦਾ ਆ, ਉਹ ਇੱਥੇ ਪੜ੍ਹ ਸਕਦਾ। ਉਹ ਇੱਥੇ ਵੀ ਕੁਛ IAS PCS ਕਿਸੇ ਲੈਵਲ 'ਤੇ ਕੁਛ ਤਾਂ ਕਰ ਸਕਦਾ। ਜੇ ਇੱਥੇ ਹੀ ਅਸੀਂ ਆਪਣੇ ਜੇ ਉਹ ਦੂਜੀ ਆਪਸ਼ਨ ਰੱਖਣੀ ਚਾਹੀਦੀ ਆ ਆਈਲੈਟਸ ਨੂੰ। ਸਾਨੂੰ ਪਹਿਲੀ ਸਾਡੀ ਇਹ ਆਪਸ਼ਨ ਹੋਣੀ ਚਾਹੀਦੀ ਆ ਵੀ ਅਸੀਂ ਆਪਣੇ ਇੱਥੇ ਬੱਚਿਆਂ ਨੂੰ ਜੇ ਤਾਂ ਪੜ੍ਹ ਕੇ ਕੁਛ ਆਪਣਾ ਕਿੱਤਾ ਕਰਨਾ ਚਾਹੁੰਦੇ ਨੇ ਤਾਂ ਉਹ ਆਪਣੇ ਲੈਵਲ ਦੀ ਪੜ੍ਹਾਈ ਕਰਕੇ ਉੱਦਾਂ ਦੇ ਕਿੱਤੇ ਕਰਨ। ਅਦਰਵਾਈਜ਼ ਕਿਤੇ ਬਿਊਰੋਕਰੇਟ ਦੇ ਕਰਦੇ ਕੀ ਨੇ, ਬਿਊਰੋਕਰੇਟ ਕੌਣ ਨੇ? ਮੈਂ ਹੁਣ ਤੁਹਾਨੂੰ ਇੱਕ ਚਲੋ ਗੱਲ ਕਰਾਂ, ਮੈਂ ਕਿਤੇ ਬੈਠਾ ਸੀ, ਮਤਲਬ ਬਿਊਰੋਕਰੇਸੀ ਦੇ ਵਿੱਚ ਜਦੋਂ ਦੇਖਿਆ ਵੀ ਸਾਡਾ 84 ਤੋਂ ਬਾਅਦ ਸਾਡੇ ਸਾਰੇ ਨਾਮ ਆਊਟ ਹੁੰਦੇ ਜਾਂਦੇ ਆ। ਸਾਰੇ ਬਿਹਾਰ UP ਵਾਲੇ ਬੰਦੇ IAS PCS DC ਜਿਹੜੇ ਬਣ ਕੇ ਆ ਰਹੇ ਮੋਸਟਲੀ ਉਹ ਜਾ ਰਹੇ ਨੇ। ਉਹ ਤੁਹਾਡੇ ਕਲਚਰ ਨੂੰ ਨਹੀਂ ਜਾਣਦੇ, ਉਹ ਸਾਡੇ ਕਲਚਰ ਨੂੰ ਨਹੀਂ ਜਾਣਦੇ ਹੈਗੇ। ਅਤੇ ਹੁਣ ਸਾਡੇ ਵਾਲੇ ਸਾਰੇ ਬਾਹਰ ਹੁੰਦੇ। ਐਗਰੀ ਤਾਂ ਹੀ ਅੱਗੇ ਵਧੂ ਜੇ ਕਲਚਰ ਐਗਰੀਕਲਚਰ ਹੈ। ਜੇ ਉਹ ਕਲਚਰ ਤੁਹਾਡਾ ਪਤਾ ਹੋਊ, ਉਹਨੂੰ ਭਾਸ਼ਾ ਪਤਾ ਹੋਊਗੀ ਤਾਂ ਹੀ ਇਹ ਚੀਜ਼ਾਂ। ਹੁਣ ਮੈਂ ਬਹੁਤ ਥਾਵਾਂ ਤੇ ਵੇਖਿਆ ਵੀ ਐਟਸੈਟ ਵੀ ਗਾਇਬ ਹੋ ਗਈ ਹੈ ਸ਼ਬਦਾਂ ਚੋਂ। ਐਟਸੈਟ, ਹਾਂਜੀ ਹਾਂ, ਗਦਾਵੇਲ ਐਟਸੈਟ। ਹਾਂ, ਇਹ ਸ਼ਬਦ ਮਾਲਵੇ ਦਾ, ਗੂੜੇ ਮਾਲਵੇ ਦਾ ਸ਼ਬਦ ਐਟਸੈਟ ਹੈ ਤੇ ਇੱਥੇ ਗਦਾਵੇਲ ਕਹਿ ਦਿੰਦੇ ਆ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਕਹਿਣਾ ਚਾਹੁੰਦੇ ਸੀ ਕੁਛ? ਜੀ ਚਲੋ ਹੁਣ ਤਾਂ ਨਿਕਲ ਗਿਆ, ਮਿਸ ਹੋ ਗਿਆ। ਇਹੀ ਆ ਵੀ ਜਿਹੜੇ ਐਟਸੈਟ ਵਗੈਰਾ ਵਾਲੇ ਨਾ, ਹੁਣ ਉਹ ਚੀਜ਼ਾਂ ਖਤਮ ਵੀ ਹੋ ਗਈਆਂ, ਖੇਤਾਂ 'ਚੋਂ ਵੀ ਖਤਮ ਹੋ ਗਈਆਂ। ਸਾਡੀਆਂ ਸਪਰੇਆਂ ਨੇ ਜਾਂ ਵੀਡੀਸਾਈਡਸ ਨੇ, ਕੁਛ ਜਿਹੜੇ ਸਾਡੇ ਜਿਹੜੇ ਕਹਿ ਲਓ ਪਰੰਪਰਾਵਾਦੀ ਜਿਹੜੇ ਪੁਰਾਣੇ ਸਾਡੇ ਨਦੀਨ ਸੀਗੇ ਉਹ ਬਿਲਕੁਲ ਖਤਮ ਕਰਤੇ। ਜਿਹੜੇ ਸਾਡੇ ਸਾਥੀ ਸੀ, ਜਿਹੜੇ ਸਾਡੇ ਸਾਥੀ ਸੀ, ਸਾਡੇ ਪਸ਼ੂਆਂ ਦੇ ਧਾੜੀ ਸੀ ਬਿਲਕੁਲ। ਉਹ ਮਤਲਬ ਕੋਈ ਉਹਦੀ ਮੈਡੀਸਨਲ ਵੈਲਿਊ ਵੀ ਸੀਗੀ। ਅੱਜ ਜਿਹੜੇ ਸਾਡੀ ਵੈਦਾਂ ਨਾਲ ਗੱਲ ਕਰਦੇ ਆ, ਕਿਸੇ ਨਾਲ ਵੀ ਗੱਲ ਕਰਦੇ ਆ, ਉਹ ਕਹਿੰਦੇ ਵੀ ਆਹ ਚੀਜ਼ ਖਾਣ ਵਾਲੀ, ਆਹ ਚੀਜ਼ ਖਾਣ ਵਾਲੀ, ਪਰ ਉਹ ਚੀਜ਼ਾਂ ਸਾਡੇ ਖੇਤਾਂ 'ਚ ਕਿਸੇ ਟਾਈਮ ਪਿਆਜੀ, ਹਾਈਟਸੈਟ ਵਗੈਰਾ ਇੱਦਾਂ ਦੀ ਚੀਜ਼ਾਂ ਕਰਦੀ ਸੀ, ਦੁੱਧਕ ਹੁੰਦੀਆਂ ਸੀਗੀਆਂ। ਠੀਕ ਹੈ ਨਾ, ਇਹ ਚੀਜ਼ਾਂ ਹੁੰਦੀਆਂ ਸੀਗੀਆਂ। ਉਹ ਹੁਣ ਅਸੀਂ ਵੀਡੀਸਾਈਡ ਇੱਦਾਂ ਦੇ ਪਾਉਣ ਲੱਗਾ, ਜਦੋਂ ਦੀ ਰਾਉਂਡ ਅਪ ਆਈ ਹੈ ਇਹਨਾਂ ਦਾ ਰਾਹ ਰੂਹਾਂ 'ਤੇ ਵੀਡੀ ਚੀਜ਼ ਹੁੰਦੀ ਸੀ ਉਹ ਵੀ ਸਾਫ਼ ਕਰਤੀ ਹੈ। ਉਹਨੇ ਨੁਕਸਾਨ ਵੀ ਕੀਤਾ ਹੈ ਸਾਡਾ। ਸਾਨੂੰ ਸਮਝਣ ਦੀ ਲੋੜ ਹੈ। ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਅਮਰਿੰਦਰ ਸਿੰਘ ਪੂਨੀਆ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਿਆ। ਇਹਨਾਂ ਦਾ ਪਿੰਡ ਲੱਖੋਵਾਲ ਹੈ। ਲੱਖੋਵਾਲ ਯੂਨੀਅਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਅਤੇ ਇਹ PAU ਕਿਸਾਨ ਕਲੱਬ ਦੇ ਪ੍ਰੈਜ਼ੀਡੈਂਟ ਹੈ। ਇੱਕ ਪਿੰਡ 'ਚੋਂ ਖੇਤੀ ਕਰਨੀ, ਖੇਤੀ ਦੇ ਮਾਡਲਾਂ 'ਤੇ ਲਗਾਤਾਰ ਬਿਨਾਂ ਕਿਸੇ ਵੱਡੀਆਂ ਸਹਾਇਤਾਵਾਂ ਤੋਂ ਰਿਸਰਚ ਕਰਨੀ, ਇਹ ਕਿਸਾਨ ਦੇ ਹਿੱਸੇ ਹੈ। ਕਿਉਂਕਿ ਕਿਸਾਨ ਖੁੱਲ੍ਹੇ ਸਮਾਨ 'ਚ ਪਹਿਲਾਂ ਇਨਵੈਸਟ ਕਰਦਾ ਹੈ, ਫਿਰ ਰਿਸਰਚ ਵੀ ਛੋਟੀ ਮੋਟੀ ਆਪ ਕਰਦਾ ਹੈ, ਫਿਰ ਉਹ ਰਿਸਰਚ ਕਿਸੇ ਨਾ ਕਿਸੇ ਦਿਨ, ਇਹ ਸਭ ਤੋਂ ਵੱਡਾ ਸਾਇੰਸਦਾਨ ਹੈ। ਮਿੱਟੀ ਦਾ ਅਸਲੀ ਜੋਗੀ ਇਹ ਹੈ।
ਤੇ ਜਿੰਨਾ ਚਿਰ ਤੁਹਾਡਾ ਫੂਡ ਖਾਣਾ ਭੋਜਨ ਸਹੀ ਨਹੀਂ, ਤੰਦਰੁਸਤ ਨਹੀਂ ਰਹਿ ਸਕਦੇ। ਹਾਸੇ ਦੀਆਂ ਕਲਾਸਾਂ ਲਾ ਲਓ, ਯੋਗੇ ਕਰ ਲਓ, ਜਿਮ ਜਾਓ। ਜੈਸਾ ਅੰਨ ਤੈਸਾ ਮਨ, ਚੱਜ ਦਾ ਖਾਓਗੇ ਤਾਂ ਆਪੇ ਮਨ ਠੀਕ ਰਹੂ। ਜੇ ਮਨ ਠੀਕ ਹੈ ਤਾਂ ਸਾਰਾ ਕੁਝ ਠੀਕ ਹੈ। ਜੋ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।